संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सजद सुख हर नाम बढ़ाई, गुर प्रसाद नानक मत पाई, सजद सुख हर नाम बढ़ाई, गुर प्रसाद नानक मत पाई। ਜੀ ਫਤਿਹ। ਸਾਰੇ ਜਣੇ ਜੁਆਇਨ ਕਰ ਗਏ, ਉਸ ਤੋਂ ਬਾਅਦ ਵੀ ਸਾਰਿਆਂ ਨੂੰ ਵਨਸ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੈਲਕਮ, ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਜਿਹੜੀ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ, ਸਾਡੇ ਵਿੱਚੋਂ ਹੀ ਬੜੇ ਪੁਰਾਣੇ ਸਾਡੇ ਨਾਲ ਜੁੜੇ ਹੋਏ ਡਾਕਟਰ ਜਨਕ ਸਿੰਘ ਜੀ ਤੇ ਬੜੇ ਰੈਗੂਲਰਲੀ ਨੋਟਸ ਵੀ ਬਣਾਉਂਦੇ ਆ। ਮੈਂ ਦੇਖਦਾ ਰਹਿੰਦਾ ਹਰ ਵੇਲੇ, ਜਦੋਂ ਵੀ ਨਿਕਲਦੇ ਆ ਬੈਠਦੇ ਆ ਸਾਡੇ ਨਾਲ, ਉਹ ਪੂਰੇ ਐਨ ਕੰਪਾਈਲ ਕਰਕੇ ਬਣਾਉਂਦੇ ਆ। ਸੋ ਬਰੀਫ ਸਾਰਿਆਂ ਨੂੰ ਥੋੜੀ ਜਿਹੀ ਇੰਟਰੋਡਕਸ਼ਨ। ਦੋ ਹੀ ਵਾਸ ਬੋਰਨ ਇਨ ਜੰਮੂ ਐਂਡ ਕਸ਼ਮੀਰ ਤੇ PhD ਆਰਗੈਨਿਕ ਕੈਮਿਸਟਰੀ ਚ ਹੈਗੇ ਆ। ਤੇ ਪਹਿਲਾਂ ਤਾਂ ਆਰਗੈਨਿਕ ਬੜੀ ਨੇਚਰ ਨਾਲ ਜੁੜੀ ਹੋਈ ਹੁੰਦੀ ਹੈ, ਇਸ ਕਰਕੇ ਆਰਗੈਨਿਕ ਕੈਮਿਸਟਰੀ ਇਜ਼ ਵਨ ਆਫ ਦੀ ਬੈਸਟ ਜਿਹੜੀ ਨੇਚਰ ਨੂੰ ਜੋੜਦੀ ਆ। ਉਸ ਤੋਂ ਬਾਅਦ ਇਹ ਜਨਰਲੀ ਅੱਜ ਕੱਲ੍ਹ ਨਿਊ ਜਰਸੀ ਚ ਹੈ, ਪਰ ਇਹਨਾਂ ਨੇ ਸਾਰੀ ਉਮਰ ਮੈਡੀਕਲ ਰਿਸਰਚ ਔਰ ਆਰਗੈਨਿਕ ਕੈਮਿਸਟਰੀ ਉਧਰ ਨੂੰ ਕੰਮ ਕੀਤਾ। ਉਸ ਤੋਂ ਬਾਅਦ ਇਹਨਾਂ ਨੇ 2000 ਜਦ ਅਸੀਂ ਇਹਨਾਂ ਕੋਲ ਪੇਟੈਂਟਸ ਐਂਡ ਰਿਸਰਚ ਪੇਪਰਸ, ਉਹ ਉਦਾਂ ਦੀ ਅਕੈਡਮਿਕ ਵੱਲ ਬਹੁਤ ਪ੍ਰਾਪਤੀਆਂ, ਅਸੀਂ ਉਧਰ ਨੂੰ ਨਹੀਂ ਜਾਣਾ ਜ਼ਿਆਦਾ। ਜਸਟ ਟੂ ਇਹਨਾਂ ਕੋਲ ਸਟਿਲ ਜਿਹੜੀ ਇਹਨਾਂ ਨੇ 2010 ਚ ਇੱਕ ਕਿਤਾਬ ਲਿਖੀ, ਵਰਲਡ ਰਿਲੀਜਨਸ ਐਂਡ ਦੀ ਨਿਊ ਇਰਾ ਆਫ ਸਾਇੰਸ, ਜਿਹਦੇ ਵਿੱਚ ਡਿਫਰੈਂਟ ਰਿਲੀਜਨਸ ਨੂੰ ਸਾਇੰਸ ਨਾਲ ਕਿੱਦਾਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਆਲਰੇਡੀ ਕਿੰਨੀ ਕੁ ਦੂਰ ਤੱਕ ਉਹ ਜਾਂਦੇ ਆ, ਉਹਦੇ ਤੱਕ ਇਹਨਾਂ ਨੇ ਸਾਰਾ ਲਿਖਿਆ। ਸੋ ਉਸ ਤੋਂ ਬਾਅਦ ਵੀ ਇਹਨਾਂ ਨੇ ਪੋਇਟਰੀ ਦੇ ਸ਼ੌਕੀਨ ਹੈ, ਉਹਨਾਂ ਨੇ 4 ਕਿਤਾਬਾਂ ਪੋਇਟਰੀ ਦੀਆਂ ਵੀ ਲਿਖੀਆਂ। ਸੋ ਅੱਜ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਜਿਹੜੇ ਸਿੱਖੀਜ਼ਮ ਦੇ ਨਾਲ ਵਰਲਡ ਰਿਲੀਜਨਸ ਨੂੰ, ਕਿਉਂਕਿ ਇਹਨਾਂ ਨੇ ਆਲਰੇਡੀ ਇਹ ਕੰਮ ਕੀਤਾ ਤੇ ਉਸੇ ਨੂੰ ਕੰਪੇਅਰ ਕਰਨ, ਪਲੱਸ ਕੀ ਉਹਦੇ ਵਿੱਚ ਆਸਪੈਕਟਸ ਹੈਗੇ ਆ ਜਿਹੜੇ ਸਾਨੂੰ ਥੋੜੇ ਡਿਫਰ ਕਰਦੇ ਆ ਤੇ ਕੀ ਸਿਮਿਲੈਰਿਟੀਜ਼ ਆ, ਇਹਦੇ ਬਾਰੇ ਸਾਰਾ ਦੱਸਣ। ਸੋ ਡਾਕਟਰ ਜਨਕ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਵੈਲਕਮ ਐਂਡ ਪਲੀਜ਼ ਟੇਕ ਓਵਰ ਜੀ। ਥੈਂਕ ਯੂ ਜੀ ਡਾਕਟਰ ਸਾਹਿਬ। मैं स्क्रीन ਸਾਰੇ शेयर ਜਣੇ ਆਪਣੇ ਆਪ ਨੂੰ ਮਿਊਟ ਕਰ ਲਓ ਜੀ। मैं स्क्रीन शेयर कर रहे हैं। ਹਾਂਜੀ ਕਰ ਲਓ। ਅਲਾਉਡ ਹੈ ਤੁਹਾਨੂੰ? ਵੇਖਿਆ हाँ ठीक है, आ गई है। ਨਹੀਂ, ਪਰ ਸਾਨੂੰ ਨਹੀਂ ਅਜੇ ਆਈ ਜੀ। नहीं आई? अच्छा, ਹਾਂਜੀ। प्रयत्न की थी सी मैं। ठहर जाओ। We cannot see that. शेयर स्क्रीन है ना? ਹਾਂਜੀ, ਉਹਨੂੰ ਪ੍ਰੈਸ ਕਰੋ ਤੁਸੀਂ। हाँ कीता ते अगे आउंदा है। हाँ शेयर, अच्छा ਹਾਂਜੀ ਹੁਣ ਠੀਕ ਹੁਣ ਆ ਗਿਆ। आ गई? ਹਾਂਜੀ ਆ ਗਈ ਜੀ। ठीक है। मेरी स्लाइड्स इंग्लिश विच होणगीਆਂ लेकिन टाक पंजाबी विच होएगी। ਓਕੇ ਜੀ। हाँ जी। वाहिगुरू जी का खालसा, वाहिगुरू जी की फतेह। ਤੇ ਜੀ बहुत शुक्रिया जी इनवाइट करन ते। ਵੈਲਕਮ। सिख धर्म संसार दा 5ਵਾਂ ਮੁੱਖ ਧਰਮ है। संसार दे 6 ਵੱਡੀ ਪਹਿਚਾਨ ਅਤੇ ਆਬਾਦੀ ਵਾਲੇ ਯਹੂਦੀ, ਈਸਾਈ, ਹਿੰਦੂ, ਇਸਲਾਮ, ਬੁੱਧ ਅਤੇ ਸਿੱਖ ਧਰਮ ਹਨ, ਜਿਨ੍ਹਾਂ ਬਾਰੇ
ਅੱਜ ਅਸੀਂ ਸੰਖੇਪ ਵਿੱਚ ਵਿਚਾਰ ਕਰਾਂਗੇ। ਪਹਿਲੇ ਆਪਣੀ ਸ਼ੁਰੂਆਤ ਬਾਰੇ ਥੋੜੀ ਜਿਹੀ ਹਿਸਟਰੀ ਦੇਖਨੇ ਆ। ਅਫਰੀਕਾ ਮਹਾਦੀਪ ਤੋਂ ਮਨੁੱਖ ਦੀ ਆਮਦ ਸ਼ੁਰੂ ਹੋਈ, ਇਹ ਇੱਕ ਹੁਣ ਵੈਲ ਐਸਟੈਬਲਿਸ਼ਡ ਫੈਕਟ ਹੈ। ਧਰਤੀ ਉੱਤੇ ਮਨੁੱਖ ਬਣਾਉਣ ਵਿੱਚ 4.5 ਅਰਬ ਸਾਲ ਲੱਗੇ ਹਨ। ਮਨੁੱਖ ਆਪਣੀ ਅਤੇ ਕਾਇਨਾਤ ਦਾ ਖੋਜੀ ਜੀਵ ਬਣਿਆ, ਇੱਕੋ ਇੱਕ। ਮਨੁੱਖੀ ਪੂਰਵਜ 30 ਲੱਖ ਸਾਲ ਪਹਿਲਾਂ ਅਫਰੀਕਾ ਵਿੱਚ ਪੈਦਾ ਹੋਏ। ਅਜੋਕਾ ਮਨੁੱਖ 2 ਲੱਖ ਸਾਲ ਦਾ ਹੈ। ਮਨੁੱਖ ਦਾ ਇੱਥੇ ਸਮਾਂ ਇੱਕ ਤਿਨਕੇ ਜਿੰਨਾ ਹੈ। ਇਹ ਜਿਹੜਾ ਮੈਂ ਸਰਕਲ ਪਾਇਆ ਹੋਇਆ ਹੈ, ਇਹ ਜੇ ਸਾਰਾ ਸਮਾਂ, ਇਹ ਜੇ ਧਰਤੀ ਦੇ ਜਿੱਥੇ ਮੇਰਾ ਕਰਸਰ ਚੱਲ ਰਿਹਾ ਹੈ, ਇਹ ਸਾਰਾ ਸਮਾਂ ਜੇ ਧਰਤੀ ਦੀ ਉਮਰ ਗਿਣੀ ਜਾਏ ਤੇ ਸਾਡੀ ਉਮਰ ਬਸ ਇੰਨੀ ਹੈ, ਸਾਰੀ ਹੈ। ਇਹ ਸਾਡੀ ਆਮਦ ਹੈ ਇਹਦੇ ਡਾਕਟਰ ਜੇ ਫੁੱਲ ਸਕਰੀਨ ਕਰ ਦਿਓ ਤੁਸੀਂ ਉੱਪਰੋਂ ਕਮਾਂਡ ਦੇ ਕੇ ਤਾਂ ਇਟ ਵਿਲ ਬੀ ਬੈਟਰ ਥੋੜਾ ਜਿਹਾ। ਹਾਂ ਠੀਕ, ਹੁਣ ਠੀਕ ਹੈ। ਹਾਂਜੀ ਹੁਣ ਠੀਕ ਹੈ। better। ਹਾਂ, ਅੱਛਾ ਜੀ। ਅਫਰੀਕਾ ਤੋਂ ਬਾਹਰ ਸਫ਼ਰ ਸ਼ੁਰੂ ਹੋਇਆ ਲਾਠੀ, ਪਥਰੀਲੇ ਹਥਿਆਰਾਂ ਅਤੇ ਅੱਗ ਨਾਲ। ਇਹ 3 ਇੰਸਟਰੂਮੈਂਟ ਸੀ ਬੰਦੇ ਕੋਲ ਉਦੋਂ, ਜਦੋਂ ਸਫ਼ਰ ਉਹਨੇ ਅਫਰੀਕਾ ਤੋਂ ਬਾਹਰ ਸ਼ੁਰੂ ਕੀਤਾ। ਅਜੋਕਾ ਮਨੁੱਖ। DNA ਆਧਾਰਿਤ ਖੋਜ ਮੁਤਾਬਕ ਅੱਜ ਧਰਤੀ ਤੇ ਸਿਰਫ ਇੱਕ ਹੀ ਇਨਸਾਨੀ ਨਸਲ ਹੈ ਜਿਸ ਨੂੰ ਬੁੱਧੀਮਾਨ ਮਨੁੱਖ ਕਿਹਾ ਜਾਂਦਾ ਹੈ। 2 ਲੱਖ ਸਾਲ ਪਹਿਲਾਂ ਮਨੁੱਖ ਦੀ ਸ਼ੁਰੂਆਤ 9 ਨਸਲਾਂ ਨਾਲ ਹੋਈ ਸੀਗੀ। ਬਾਕੀ ਨਸਲਾਂ ਅਕਲ ਦੀ ਘਾਟ ਅਤੇ ਤਹਿਜ਼ੀਬ ਯਾਫਤਾ ਸਮਾਜ ਨਾ ਬਣਾ ਸਕਣ ਕਾਰਨ ਖਤਮ ਹੋ ਗਈਆਂ। ਮਨੁੱਖੀ ਸਰੀਰ 300 ਖਰਬ ਸੈਲਸ ਦਾ ਬਣਿਆ ਹੈ। ਇਸ ਤੋਂ ਜ਼ਿਆਦਾ ਮਿਕਦਾਰ ਵਿੱਚ 1000 ਕਿਸਮਾਂ ਦੇ ਲਘੂ ਕੀਟਾਣੂਆਂ ਦੀ ਮਦਦ ਨਾਲ ਚੱਲ ਰਿਹਾ ਹੈ। ਵਜ਼ਨ ਦੇ ਹਿਸਾਬ ਨਾਲ ਲਗਭਗ 2% ਸਾਡੇ ਸਰੀਰ ਵਿੱਚ ਕੀਟਾਣੂ ਹਨ। ਅੱਗ ਦੀ ਮਦਦ ਨਾਲ ਸੁਰੱਖਿਆ ਵਧੀ, ਵਧੇਰੇ ਦਿਮਾਗੀ ਤਰੱਕੀ ਹੋਈ, ਨਾਲ ਹੀ ਪਰਵਰਿਸ਼ ਵਧਿਆ। ਬੋਲੀ ਨਾਲ ਸਿਆਣਪ ਵਧੀ ਅਤੇ ਹੁਨਰੀ ਸਮਰੱਥਾ ਅਤੇ ਅਧਿਆਤਮਕਤਾ ਵਿੱਚ ਵਾਧਾ ਹੋਇਆ। ਪਰਵਰਿਸ਼ ਦਾ ਮਨੁੱਖ ਦੀ ਘਾੜਤ ਵਿੱਚ ਇੱਕ ਬਹੁਤ ਗਹਿਰਾ ਕਿਰਦਾਰ ਹੈ, ਜਿਹੜਾ ਅਗਲੀ ਸਲਾਈਡ ਵਿੱਚ ਦੱਸ ਰਿਹਾ ਆਪ ਨੂੰ। ਨਵਾਂ ਪੈਦਾ ਹੋਇਆ ਮਨੁੱਖ ਦਾ ਬੱਚਾ ਸਿਰਫ ਪਕੜਨਾ ਅਤੇ ਚੁੰਘਣਾ ਜਾਣਦਾ ਹੈ। ਫੈਰਲ ਬੱਚਾ ਉਹਨੂੰ ਕਹਿੰਦੇ ਨੇ ਜਿਹੜੇ ਮਨੁੱਖ ਦੇ ਅੱਗੇ ਪਿੱਛੇ ਹੋਣ ਤੋਂ ਬਿਨਾਂ ਜਿਹੜਾ ਵੱਡਾ ਹੋਇਆ ਹੋਵੇ। ਜੰਗਲ ਵਿੱਚ ਪਲੇ ਹੋਣ ਕਾਰਨ ਨਿਊਰੋਲੋਜੀਕਲ ਕਮੀਆਂ ਦਾ ਸ਼ਿਕਾਰ ਬਣਦਾ ਹੈ। ਬੋਲਣ ਦੀ ਸਮਰੱਥਾ ਘਟਦੀ ਹੈ। 2 ਪੈਰਾਂ ਦੀ ਬਜਾਏ 4 ਅੰਗਾਂ ਤੇ ਤੁਰਨਾ ਪਸੰਦ ਕਰਦਾ ਹੈ। ਜਾਨਵਰਾਂ ਦੀ ਤਰ੍ਹਾਂ ਕੱਚੀਆਂ ਚੀਜ਼ਾਂ ਖਾਣਾ ਪਸੰਦ ਕਰਦਾ ਹੈ। ਇਹ 2 ਮਿਸਾਲਾਂ ਹਿਸਟੋਰੀਕਲ ਜਿਹੜੀਆਂ ਬਹੁਤ ਵੱਡੀਆਂ, ਉਹ ਮੈਂ ਸਕਰੀਨ ਤੇ ਰੱਖੀਆਂ ਨੇ। ਖੱਬੇ ਪਾਸੇ ਵਿਕਟਰ 12 ਸਾਲ ਦੀ ਉਮਰ ਵਿੱਚ ਐਵਰਾਨ ਫਰਾਂਸ ਦੇ ਜੰਗਲਾਂ ਵਿੱਚੋਂ ਮਿਲਿਆ। ਸਿਰਫ ਅੱਖਰ ਸਿੱਖ ਸਕਿਆ, ਇਹ ਸੈਂਟੈਂਸਿਸ ਨਹੀਂ ਬਣਾ ਸਕਿਆ, ਜੁਮਲੇ ਨਹੀਂ ਬਣਾ ਸਕਿਆ। ਯੁਗਾਂਡਨ ਲੜਕਾ ਮੁਆਨੰਜਨ ਬੰਦਰਾਂ ਦੇ ਜੰਗਲ ਵਿੱਚੋਂ ਮਿਲਿਆ 1985 ਵਿੱਚ, ਰੀਸੈਂਟ ਹੈ। ਹਿਲ ਮਿਲ ਗਿਆ ਪਰ ਬੋਲੀ ਸਿੱਖਣ ਵਿੱਚ ਮੁਸ਼ਕਲ ਮਹਿਸੂਸ ਹੋਈ। ਇਸ ਸਲਾਈਡ ਦਾ ਮੇਰਾ ਕਨਕਲੂਜਨ ਮੈਂ ਪੋਇਟਰੀ ਵਿੱਚ ਲਿਖਿਆ ਹੈ। ਇਸ ਹਸਤੀ ਵਿੱਚ ਕੀ ਹੈ ਮੇਰਾ ਜਿਸ ਦਾ ਮੈਂ ਮਾਨ ਕਰਾਂ, ਮਾਪਿਆਂ ਮਿੱਤਰਾਂ ਦੀ ਇਹ ਹੈ ਦੇਣ ਜੇ ਧਿਆਨ ਧਰਾਂ। ਮਨੁੱਖੀ ਵਿਸ਼ਵਾਸਾਂ ਦਾ ਆਰੰਭ। ਐਨੀਮੈਟਿਜ਼ਮ ਸਭ ਤੋਂ ਪੁਰਾਣਾ ਅਲੌਕਿਕ ਡਰਾਉਣੀ ਤਾਕਤਾਂ ਤੇ ਵਿਸ਼ਵਾਸ ਹੈ ਜਿਨ੍ਹਾਂ ਨੂੰ ਮਨੁੱਖ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਸੀ ਹਜ਼ਾਰਾਂ ਸਾਲਾਂ ਤੋਂ। ਆਤਮਵਾਦੀ ਬਾਅਦ ਵਿੱਚ ਚੰਗੀ ਅਲੌਕਿਕ ਤਾਕਤ ਅਤੇ ਜੀਵ ਆਤਮਾ ਦੀ ਵਿਚਾਰ ਪੈਦਾ ਹੋਈ। ਹਰ ਕੁਦਰਤੀ ਚੀਜ਼, ਦਰਿਆ, ਪੱਥਰ, ਸਿਆਰੇ, ਤਾਰੇ, ਅੱਗ, ਹਵਾ, ਪਾਣੀ, ਰੁੱਖ
ਅਤੇ ਜਾਨਵਰਾਂ ਵਿੱਚ ਆਤਮਾ ਸਮਝੀ ਜਾਣ ਲੱਗ ਪਈ। ਸ਼ਮਾਨ ਰੂਹਾਨੀ ਆਦਮੀ ਅਤੇ ਇਸਤਰੀ ਰੋਗ ਦੂਰ ਕਰਨ ਦੀਆਂ ਵਿਧੀਆਂ ਅਤੇ ਅਸਮਾਨੀ ਅਲੌਕਿਕ ਸ਼ਕਤੀ ਨਾਲ ਮੇਲ ਦੇ ਤਰੀਕੇ ਪਾਲਣ ਲੱਗੇ। ਇਹ ਕਈਆਂ ਥਾਵਾਂ ਤੇ ਇੱਕ ਹਜ਼ਾਰਾਂ ਸਾਲਾਂ ਵਿੱਚ ਇਹ ਚੱਲਦਾ ਰਿਹਾ, ਕੋਈ ਇੱਕ ਥਾਂ ਦੀ ਗੱਲ ਨਹੀਂ। ਸ਼ਮਾਨ ਕਈਆਂ ਕਲਚਰਸ ਵਿੱਚ ਪੈਦਾ ਹੋਏ, ਜਿਹੜੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਸੀ ਕਿ ਇਹ ਕੁਦਰਤੀ ਤਾਕਤ ਨਾਲ ਮਿਲ ਸਕਦੇ ਨੇ ਆਮ ਬੰਦੇ ਨੂੰ। ਨਾਸਤਿਕ ਵੀ ਕੋਈ ਨਵੀਂ ਚੀਜ਼ ਨਹੀਂ। ਕਿਸੇ ਵੀ ਅਲੌਕਿਕ ਸ਼ਕਤੀ ਵਿੱਚ ਵਿਸ਼ਵਾਸ ਹਰ ਸਮੇਂ ਅੰਦਰ ਹੋਇਆ ਹੈ। ਵੈਦਿਕ ਸਮੇਂ ਅੰਦਰ 4 ਵਾਕ ਨਾਮੀ ਨਾਸਤਿਕ ਹੋਏ ਹਨ। ਇੱਕ ਆਸਤਿਕ ਲਈ ਨਾਸਤਿਕ ਕਿਸੇ ਉਸ ਤਾਕਤ ਨੂੰ ਨਹੀਂ ਮੰਨਦਾ ਜੋ ਉਸ ਨੂੰ ਗਲਤ ਕਰਨ ਤੋਂ ਰੋਕੇ। ਅਸਲੀ ਧਾਰਮਿਕ ਵਿਚਾਰਧਾਰਾ ਮੁਤਾਬਕ ਅੰਦਰ ਦੀ ਅੱਛਾਈ ਰੱਬੀ ਗੁਣ ਹੈ। ਇਸ ਦਾ ਤੱਤ ਇਹ ਨਿਕਲਦਾ ਹੈ, ਸੱਚਾਈ ਦੇ ਤੁਰਨ ਵਾਲਾ ਨਾਸਤਿਕ ਨਹੀਂ ਹੋ ਸਕਦਾ, ਉਹ ਅਣਜਾਣਿਆ ਹੀ ਰੱਬੀ ਬਿਰਤੀ ਵਾਲਾ ਹੈ। ਆਯੋਜਿਤ ਧਰਮ, ਆਰਗੇਨਾਈਜ਼ਡ ਰਿਲੀਜਨਸ ਬਾਰੇ ਹੁਣ ਦੱਸ ਰਹੇ ਹਾਂ। ਮਨੁੱਖ ਲਈ ਸੱਚ ਆਧਾਰਿਤ ਜੀਵਨ ਦਾ ਮਾਰਗ ਹੈ। ਆਯੋਜਿਤ ਧਰਮ ਦੀ ਸ਼ੁਰੂਆਤ ਲਗਭਗ 12,000 ਸਾਲ ਤੋਂ ਜ਼ਮੀਨਦਾਰੀ ਇਨਕਲਾਬ ਨਾਲ ਹੋਈ। ਸ਼ਿਕਾਰੀ ਮੁਸਾਫਿਰ ਨੇ ਧਰਤੀ ਤੇ ਖੇਤੀਬਾੜੀ ਅਤੇ ਪਾਲਤੂ ਜਾਨਵਰਾਂ ਨਾਲ ਘਰ ਬਣਾਏ। ਉਸ ਤੋਂ ਪਹਿਲੇ ਆਦਮੀ ਤੁਰਦਾ ਫਿਰਦਾ ਹੀ ਰਹਿੰਦਾ ਸੀਗਾ। ਆਯੋਜਿਤ ਧਰਮ ਦੀ ਕਸੌਟੀ ਦੀਆਂ 4 ਸ਼ਰਤਾਂ ਹਨ। ਪਹਿਲੀ ਹੈ, ਆਤਮਿਕ ਨਬੀ ਜਾਂ ਗੁਰੂ ਹੋਣਾ ਜ਼ਰੂਰੀ ਹੈ। ਧਾਰਮਿਕ ਵਿਚਾਰ ਦਾ ਗ੍ਰੰਥ ਅਤੇ ਰੱਬੀ ਵਿਸ਼ਵਾਸ। ਦੂਜਾ ਹੈ, ਸੰਸਾਰ ਦੀ ਹੋਂਦ ਬਾਰੇ ਪਰਿਕਲਪਨਾ। ਤੀਜਾ ਹੈ, ਅਸੀਂ ਕੌਣ ਹਾਂ, ਸਾਡੇ ਜੀਵਨ ਦਾ ਮਕਸਦ ਕੀ ਹੈ ਅਤੇ ਜੀਵਨ ਅੰਤ ਬਾਰੇ ਵਿਚਾਰ। ਚੌਥਾ ਹੈ, ਮਨੁੱਖੀ ਤਹਿਜ਼ੀਬ ਲਈ ਅਮਨ ਅਤੇ ਖੁਸ਼ਹਾਲੀ ਦੇ ਅਸੂਲ। ਆਮ ਵਿਚਾਰ ਹੈ ਕਿ ਧਾਰਮਿਕ ਜੰਗਾਂ ਬਹੁਤ ਹੋਈਆਂ ਹਨ, ਪਰ ਹਕੀਕਤ ਇਹ ਨਹੀਂ ਹੈ। ਸੰਸਾਰ ਵਿੱਚ 2000 ਵੱਡੀਆਂ ਅਤੇ 100 ਬਹੁਤ ਹੀ ਭਿਆਨਕ ਲੜਾਈਆਂ ਵਿੱਚੋਂ 10% ਤੋਂ ਘੱਟ ਧਾਰਮਿਕ ਕਾਰਨਾਂ ਕਰਕੇ ਹੋਈਆਂ, ਬਾਕੀ ਸਭ ਖੋਆ-ਖੋਈ ਕਰਕੇ ਹੋਈਆਂ। ਹੁਣ ਅਸੀਂ ਪਹਿਲੇ ਪੁਰਾਣੇ ਧਰਮ ਤੇ ਆਉਣੇ ਆ। ਯਹੂਦੀ ਧਰਮ 2000 BC ਵਿੱਚ ਸ਼ੁਰੂ ਹੋਇਆ ਪੈਲਸਤਾਈਨ, ਇਜ਼ਰਾਈਲ ਵਿੱਚ। ਇਹਨਾਂ ਦੀ ਆਬਾਦੀ ਕੋਈ 1.5 ਕਰੋੜ ਹੈਗੀ ਹੈ। ਪਹਿਲਾ ਇਬਰਾਹਿਮਿਕ ਧਰਮ ਹੈ। ਇੱਕ ਰੱਬ ਵਿੱਚ ਵਿਸ਼ਵਾਸ ਸੀਗਾ ਇਹਨਾਂ ਨੂੰ। ਮਸੀਹਾ ਮੋਜ਼ਿਸ ਨੇ ਇਜਿਪਟ ਤੋਂ ਆਜ਼ਾਦੀ ਦਿਵਾਈ ਇਹਨਾਂ ਨੂੰ 1300 BC ਵਿੱਚ। ਧਾਰਮਿਕ ਪੁਸਤਕ ਤੋੜਾ ਹੈ, ਕੋਈ ਮੁਖੀ ਪੋਪ ਨਹੀਂ ਹੈ ਇਹਨਾਂ ਦਾ। ਯਹੂਦੀ ਮਾਹਿਰਾਂ ਦਾ ਤੋੜਾ ਦੀ ਵਿਆਖਿਆ ਕਰਨ ਵਾਲਾ ਵੀ ਉਸ ਨੂੰ ਰੱਬੀ ਹੁਕਮ ਸਮਝ ਕੇ ਸਮਝਾਉਂਦਾ ਹੈ। ਸਤਗੁਣ ਨੇ ਬੇਖੁਦੀ, ਨਿਮਰਤਾ, ਦਿਆਲਤਾ, ਦਾਨ, ਕਮਜ਼ੋਰ ਦੀ ਰਾਖੀ, ਇਨਸਾਫ। ਅਵਗਣ ਨੇ ਬੇਈਮਾਨੀ, ਦੂਜੇ ਦੀ ਹੇਠੀ, ਕਮਜ਼ੋਰ ਤੇ ਜ਼ਬਰ, ਈਰਖਾ, ਬਦਲਾ, ਭਰਮ, ਝੂਠੀ ਗਵਾਹੀ, ਕਸਮ ਤੋੜਨਾ, ਚੋਰੀ, ਲੁੱਟ ਅਤੇ ਬੇਕਸੂਰ ਦਾ ਕਤਲ। ਇਹਨਾਂ ਦਾ ਕਹਿਣਾ ਹੈ, ਹੰਕਾਰ ਕਈ ਸਤਗੁਣਾਂ ਦਾ ਗਲਾ ਘੋਟ ਦਿੰਦਾ ਹੈ। ਇਸ ਜੀਵਨ ਬਾਅਦ ਕਰਮਾਂ ਅਨੁਸਾਰ ਮਿਲਦਾ ਹੈ ਸਵਰਗ ਜਾਂ ਨਰਕ, ਇਹਨਾਂ ਦਾ ਵਿਸ਼ਵਾਸ ਹੈ। ਇਹਨਾਂ ਦੀ ਇਤਿਹਾਸਿਕ ਥਾਵਾਂ ਹਨ, ਜੈਰੂਸਲਮ ਸ਼ਹਿਰ, ਉੱਥੇ ਹੀ ਹੈ ਇੱਕ ਮੰਦਿਰ ਮੌਂਟ, ਜਿੱਥੇ ਇਹਨਾਂ ਦੇ ਧਰਮ ਦੇ 10 ਫਰਮਾਨ ਰੱਖੇ ਗਏ ਹਨ। ਯਹੂਦੀ ਧਰਮ ਅੱਗੇ ਇੱਕ ਫਿਲਾਸਫਰ ਹੋਇਆ ਹੈ, ਫਿਲੋ, ਅਲੈਗਜ਼ੈਂਡਰੀਆ ਵਿੱਚ। ਇਹ ਬੁੱਧੀਜੀਵੀ ਸੀ ਜਿਹੜਾ ਜਿਸ ਨੇ ਯੂਨਾਨੀ ਅਤੇ ਯਹੂਦੀ ਧਰਮਾਂ ਨੂੰ ਮਿਲਾਇਆ ਆਪਸ ਵਿੱਚ। ਇਹ 20 BC ਵਿੱਚ ਹੋਇਆ ਹੈ। ਉਸ ਦੀ ਸੋਚ ਮੁਤਾਬਕ ਆਦਮ ਮਨੁੱਖੀ ਮਨ ਹੈ ਅਤੇ ਈਵ ਮਹਿਸੂਸ ਕਰਨ ਵਾਲਾ ਚਿੱਤ ਹੈ। ਪੁਨਰ ਜਨਮ ਦਾ ਵਿਚਾਰ ਦਾ ਬੀਜ ਮਨੁੱਖੀ ਸਰੀਰ ਦੇ ਪਿਆਰ ਵਿੱਚ ਹੈ। ਰੱਬ ਭੌਤਿਕ ਮਨੁੱਖੀ ਤਜਰਬੇ ਤੋਂ ਬਾਹਰ ਹੈ, ਨਾ ਸਰੀਰ, ਨਾ ਜਜ਼ਬਾਤ, ਸਮੇਂ ਸਥਾਨ ਤੋਂ ਪਰੇ ਹੈ। ਸ੍ਰਿਸ਼ਟੀ ਵਿੱਚ ਦਖਲ ਅੰਦਾਜ਼ੀ ਨਹੀਂ, ਕਿਉਂਕਿ ਇਸ ਵਿੱਚ ਸਮਾਇਆ ਹੋਇਆ ਹੈ। ਇਹ ਇਹਨਾਂ ਦਾ ਵਿਚਾਰ ਹੈ। ਕੋਈ ਵੀ ਰੱਬ ਦੀ ਹੋਂਦ ਦੇ ਆਧਾਰ ਬਾਰੇ ਸੋਚ ਨਹੀਂ ਸਕਦਾ।
ਰੱਬ ਦੀ ਪੂਜਾ ਦੀ ਲੋੜ ਉਸ ਨੂੰ ਖੁਸ਼ ਕਰਨਾ ਨਹੀਂ, ਆਪਣੇ ਆਪ ਦਾ ਸੁਧਾਰਨਾ ਹੈ। ਇਹਨਾਂ ਦਾ ਵਿਚਾਰ ਹੈ। ਧਰਮ ਦਾ ਆਖਰੀ ਨਿਸ਼ਾਨਾ ਰੱਬ ਨਹੀਂ ਬਲਕਿ ਮਨੁੱਖ ਵਿੱਚੋਂ ਅਸਹਿਣਸ਼ੀਲਤਾ ਅਤੇ ਬਦਲੇ ਦੀ ਭਾਵਨਾ ਦਾ ਕੱਢਣਾ ਹੈ। ਦੁਨੀਆ ਦੀ ਦੂਜੀ ਵੱਡੀ ਭਿਆਨਕ ਜੰਗ ਦੌਰਾਨ 1940 ਦੇ ਦਹਾਕੇ ਵਿੱਚ ਯੂਰਪ ਵਿੱਚ ਹਿਟਲਰ ਨੇ 60 ਲੱਖ ਜਿਊਜ਼ ਦੀ ਨਸਲਕੁਸ਼ੀ ਕੀਤੀ। ਇਹਨਾਂ ਦੀ ਜਿਹੜੀ ਤੋੜਾ ਹੈ ਪੁਸਤਕ, ਉਹ ਪਹਿਲੀ ਬਾਈਬਲ ਸਮਝੀ ਜਾਂਦੀ ਹੈ। ਉਸ ਤੋਂ ਅੱਗੇ ਬਾਈਬਲ ਨਿਕਲੀ ਹੈ ਤੇ ਕੁਰਾਨ ਨਿਕਲੇ ਨੇ। ਉਹਦੇ ਕੁਝ ਕੋਟਸ ਨੇ। ਰੱਬ ਨੇ ਕਿਹਾ ਰੋਸ਼ਨੀ ਹੋਵੇ ਤਾਂ ਰੋਸ਼ਨੀ ਪੈਦਾ ਹੋਈ। ਆਪਣੇ ਲੋਕਾਂ ਵਿੱਚ ਕਿਸੇ ਬਾਰੇ ਬਦਲੇ ਜਾਂ ਜ਼ਿੱਦ ਦੀ ਭਾਵਨਾ ਨਾ ਰੱਖੋ। ਉਹਨਾਂ ਨਾਲ ਪਿਆਰ ਕਰੋ ਜਿਵੇਂ ਆਪਣੇ ਨਾਲ ਕਰਦੇ ਹੋ। ਜਿਵੇਂ ਲੋਹਾ ਲੋਹੇ ਨੂੰ ਤੇਜ਼ ਕਰਦਾ ਹੈ, ਉਵੇਂ ਮਨੁੱਖ ਆਪਣੇ ਮਿੱਤਰ ਦੀ ਸਿਆਣਪ ਤੇਜ਼ ਕਰਦਾ ਹੈ। ਰੱਬ ਦਾ ਡਰ ਅਧਿਆਤਮਕ ਗਿਆਨ ਦਾ ਮੁੱਢ ਹੈ। ਇਹ ਸਮਝਦਾਰ ਲਈ ਜੀਵਨ ਦਾ ਬੂਟਾ ਹੈ। ਜਿਹੜਾ ਪਕੜਦਾ ਹੈ ਖੁਸ਼ ਰਹਿੰਦਾ ਹੈ। ਖੁਸ਼ ਨੇ ਉਹ ਜੋ ਸਿਆਣਪ ਪਾਉਂਦੇ ਹਨ। ਇਹ ਮੋਤੀਆਂ ਤੋਂ ਵੀ ਕੀਮਤੀ ਹੈ। ਵਰਡ ਸੱਚਾ ਮਨੁੱਖ 7 ਵੇਰ ਡਿੱਗ ਕੇ ਵੀ ਉੱਠ ਖਲੋਂਦਾ ਹੈ। ਯਹੂਦੀ ਧਰਮ ਵਿੱਚ ਸੁਧਾਰ। ਕੱਟੜ ਯਹੂਦੀ ਯਹੂਦੀ ਨੇ ਮੁੱਢਲੇ ਕਾਨੂੰਨ ਬੜੀ ਸਖਤੀ ਨਾਲ ਮੰਨਦੇ ਨੇ। ਧਾਰਮਿਕ ਅਸੂਲਾਂ ਦਾ ਖਾਣਾ ਕੋਸ਼ਰ ਖਾਂਦੇ ਨੇ। ਹਲਾਲ ਮਾਸਾਹਾਰੀ ਨੇ। ਸੂਰ ਦੀ ਮਨਾਹੀ ਹੈ। ਸ਼ਾਦੀ ਸਿਰਫ ਆਪਣੇ ਧਰਮ ਵਿੱਚ ਕਰਦੇ ਹਨ। ਮਰਦ ਕਿਸੇ ਇਸਤਰੀ ਨਾਲ ਹੱਥ ਨਹੀਂ ਮਿਲਾਉਂਦਾ। ਇਹਨਾਂ ਦੀ ਇੱਕ ਲਹਿਰ ਚਲੀ ਹੈ 1800 ਵਿੱਚ ਜਰਮਨੀ ਵਿੱਚ, ਜਿਸ ਨੂੰ ਸੁਧਾਰ ਧਰਮ ਦੇ ਯਹੂਦੀ ਕਿਹਾ ਗਿਆ ਹੈ। ਇਹਨਾਂ ਮੁਤਾਬਕ ਸੱਚ ਦੀ ਲਗਾਤਾਰ ਖੋਜ ਵਿੱਚ ਯਕੀਨ ਰੱਖਦੇ ਹਨ। ਤੋੜਾ ਵਿੱਚ ਸ਼ਬਦ ਰੱਬ ਦਾ ਨਾ ਬਦਲਣ ਵਾਲਾ ਹੁਕਮ ਨਹੀਂ ਮੰਨਦੇ। ਧਰਮ ਬਦਲ ਕੇ ਯਹੂਦੀ ਬਣੇ ਪੁਰਸ਼ ਲਈ ਸੁਨਤ ਜ਼ਰੂਰੀ ਨਹੀਂ। ਮਰਦ ਤੇ ਔਰਤ ਇਕੱਲੇ ਪੂਜਾ ਕਰ ਸਕਦੇ ਹਨ। ਤੁਹਾਨੂੰ ਪਤਾ ਹੈ ਕਿ ਮੁਸਲਮਾਨ ਔਰ ਯਹੂਦੀ ਪੂਜਾ ਸਥਾਨਾਂ ਤੇ ਫੀਮੇਲਸ ਨੂੰ ਅਲਾਉ ਨਹੀਂ ਕਰਦੇ, ਲੇਕਿਨ ਇਹਨਾਂ ਨੇ ਅਲਾਉ ਕੀਤਾ। ਨੈਕਸਟ ਹੈ ਸਾਡਾ ਈਸਾਈ ਧਰਮ। ਪਹਿਲੀ ਸਦੀ ਦਾ ਆਬਾਦੀ ਆਧਾਰ ਤੇ ਸਭ ਤੋਂ ਵੱਡਾ ਇਬਰਾਹਿਮੀ ਧਰਮ ਹੈ। ਇਹਦੀ ਆਬਾਦੀ 2.4 ਅਰਬ ਹੈ। ਯਹੂਦੀ ਧਰਮ ਉਪਰੰਤ ਜੁਡੇਆ ਵਿੱਚ ਹੀ ਪੈਦਾ ਹੋਇਆ। ਮੱਧ ਪੂਰਬੀ ਦੇਸ਼ ਵਿੱਚ ਸ਼ੁਰੂ ਹੋਇਆ। ਨਬੀ ਇਹਨਾਂ ਦਾ ਸਾਰੇ ਜਾਣਦੇ ਆ, ਜੀਸਸ ਕ੍ਰਾਈਸਟ ਹੈ। ਇੱਕ ਰੱਬ ਵਿੱਚ ਵਿਸ਼ਵਾਸ ਅਤੇ ਧਾਰਮਿਕ ਪੁਸਤਕ ਬਾਈਬਲ ਹੈ। ਇਹ ਤੋੜਾ ਦੋਈ ਤੋਂ ਹੀ ਅੱਗੇ ਬਣੀ ਹੈ, ਉਹਦੇ ਨਾਲ ਹੀ ਮੇਲ ਖਾਂਦੀ ਹੈ। ਅਮਨ ਤੇ ਪਿਆਰ ਦੇ ਮਸੀਹੇ ਕ੍ਰਾਈਸਟ ਨੂੰ ਰੋਮਨ ਰਾਜੇ ਨੇ ਸੂਲੀ ਚੜਾਇਆ। ਵਿਸ਼ਵਾਸ ਮੁਤਾਬਕ ਉਸ ਦੇ ਮੁੜ ਜਾਗਰਤ ਹੋਣ ਤੇ ਈਸਟਰ ਮਨਾਇਆ ਜਾਂਦਾ ਹੈ। ਕੈਥੋਲਿਕ 1.2 ਅਰਬ ਹਨ। ਪ੍ਰੋਟੈਸਟੈਂਟ 1 ਅਰਬ ਤੇ ਬਾਕੀ ਹੋਰ ਸਨਾਤਨੀ ਔਰ ਮੋਰਮਨ ਆਦਿ ਹਨ। ਇਹਨਾਂ ਦੀਆਂ ਲਗਭਗ 45,000 ਸੰਪਰਦਾਵਾਂ ਹਨ। ਕਈਆਂ ਥਾਵਾਂ ਇੱਕ ਚਰਚ ਇੱਕ ਸੰਪਰਦਾ ਹੈ। ਨਵੀਂ ਜੋਸਫ ਸਮਿਥ ਨੇ 19ਵੀਂ ਸਦੀ ਵਿੱਚ ਅਮਰੀਕਾ ਵਿੱਚ ਕ੍ਰਿਸਚੈਨਿਟੀ ਦੀ ਨਵੀਂ ਮੋਰਮਨ ਲਹਿਰ ਚਲਾਈ। ਇਹਨਾਂ ਦੀ ਬਾਈਬਲ ਮੋਰਮਨਾਂ ਦੀ ਪੁਸਤਕ ਕਹਿਲਾਂਦੀ ਹੈ 1830 ਵਿੱਚ। ਇਹਨਾਂ ਮੁਤਾਬਕ ਜੀਸਸ ਮੁੜ ਅਮਰੀਕਾ ਆਵੇਗਾ ਅਤੇ ਇਸ ਨੂੰ ਸਵਰਗੀ ਧਰਤੀ ਬਣਾਏਗਾ। ਇਹਨਾਂ ਦੇ ਧਾਰਮਿਕ ਸਥਾਨ ਜਰੂਸਲਮ ਹਨ, ਜਿੱਥੇ ਸੂਲੀ ਔਰ ਪੁਨਰ ਜਾਗਣਾ ਹੋਇਆ। ਔਰ ਪੁਰਾਣਾ ਇਮਾਰਤੀ ਹੁਨਰ ਦਾ ਕਮਾਲ ਸੈਂਟ ਪੀਟਰ ਬੈਸਲਿਕਾ ਰੋਮ ਵਿੱਚ ਹੈ। ਈਸਾਈ ਧਰਮ ਮੁਤਾਬਕ ਰੱਬ ਨੇ ਦੁਨੀਆ 6 ਦਿਨ ਵਿੱਚ ਬਣਾਈ। ਜੀਵਨ ਬਾਅਦ ਸਵਰਗ ਨਰਕ ਦਾ ਨਿਰਣਾ ਹੁੰਦਾ ਹੈ। 10 ਫਰਮਾਨ ਇਹ ਹਨ: ਨਾ ਦੂਜਾ ਰੱਬ, ਨਾ ਰੱਬ ਕਸਮ, ਨਾ ਬੁੱਤ ਪੂਜਾ, ਨਾ ਕਤਲ, ਨਾ ਵਿਭਚਾਰ, ਨਾ ਚੋਰੀ, ਨਾ ਝੂਠੀ ਗਵਾਹੀ, ਨਾ ਕਿਸੇ ਦੀ ਵਸ ਦੀ ਲਾਲਚ, ਅਤੇ ਵਾਲਦੈਨ ਦਾ ਪੂਰਾ ਸਤਿਕਾਰ ਕਰੋ। ਨਾਲ ਹੀ ਐਤਵਾਰ ਸਤਿਕਾਰਿਕ ਦਿਨ ਮੰਨੋ।
ਚੰਗੇ ਗੁਣ ਹਨ ਨਮਰਤਾ, ਦਾਨ, ਕਮਜ਼ੋਰ ਦੀ ਰਾਖੀ ਅਤੇ ਇਨਸਾਫ। ਗੁਮਾਨ ਵਿੱਚ ਸਾਰੇ ਚੰਗੇ ਕੰਮ ਡੁੱਬ ਜਾਂਦੇ ਹਨ। ਜਿਸ ਤਰ੍ਹਾਂ ਪਹਿਲੇ ਦੱਸਿਆ ਹੈ, ਇਹਨਾਂ ਦਾ ਵੀ ਇਹ ਖਿਆਲ ਹੈ ਕਿ ਗੁਮਾਨ ਸਭ ਤੋਂ ਮਾੜਾ ਹੈ। ਰੱਬ ਨੂੰ ਪਿਆਰ ਕਰੋ, ਨੁਕਸਾਨ ਕਰਨ ਵਾਲੇ ਨੂੰ ਮਾਫ ਕਰੋ। ਰੋਮਨ ਸਾਮਰਾਜ ਦੌਰਾਨ ਨੀਰੋ ਵੇਲੇ ਰੋਮ ਵਿੱਚ ਕ੍ਰਿਸਚਨਾਂ ਨਾਲ ਬਹੁਤ ਅਤਿਆਚਾਰ ਹੋਏ। ਇਹਨਾਂ ਨੂੰ ਭਿਆਨਕ ਜਾਨਵਰਾਂ ਅੱਗੇ ਅਖਾੜੇ ਵਿੱਚ ਤੱਕ ਕੇ ਤਮਾਸ਼ਾ ਦਿਖਾਇਆ ਜਾਂਦਾ ਸੀ। ਸੰਤ ਪੀਟਰ ਨੂੰ ਸੂਲੀ ਚੜਾਇਆ ਅਤੇ ਪਾਲ ਦਾ ਸਿਰ ਕਲਮ ਕਰ ਦਿੱਤਾ ਗਿਆ। ਬਾਦਸ਼ਾਹ ਕੰਸਟੈਂਟਾਈਨ ਨੇ ਕ੍ਰਿਸਚੀਅਨਿਟੀ ਨੂੰ ਹੀ ਚੌਥੀ ਸਦੀ ਵਿੱਚ ਰੋਮਨ ਸਲਤਨਤ ਦਾ ਰਾਜ ਧਰਮ ਬਣਾ ਦਿੱਤਾ। ਰੱਬ ਨੂੰ ਪਿਆਰ ਕਰੋ ਅਤੇ ਦੁੱਖ ਦੇਣ ਵਾਲੇ ਨੂੰ ਮਾਫ ਕਰੋ। ਵਰਤ ਅੱਛੇ ਸ਼ੁੱਕਰਵਾਰ ਨੂੰ ਰੱਖੋ, ਸੂਲੀ ਚੜੇ ਕ੍ਰਾਈਸਟ ਦੀ ਨੇੜਤਾ ਲਈ। ਸਾਫ਼ ਦਿਲ ਨੂੰ ਰੱਬ ਦਿਖੇ। ਅਮਨ ਬਣਾਉਣ ਵਾਲੇ ਰੱਬ ਪੁੱਤ ਹਨ। ਪਾਪ ਹੋਣ ਤੇ ਪਛਤਾਓ ਔਰ ਮਾਫੀ ਮੰਗੋ। ਬੁਰਾਈ ਨੂੰ ਅੱਛਾਈ ਨਾਲ ਨਿਪਟੋ। ਸੱਚ ਨੂੰ ਜਾਣੋ ਤਾਂ ਸੱਚ ਆਪ ਨੂੰ ਆਜ਼ਾਦ ਕਰ ਦੇਵੇਗਾ। ਆਪਣੇ ਗੁਆਂਢੀ ਨੂੰ ਪਿਆਰ ਕਰੋ ਜਿਵੇਂ ਖੁਦ ਨੂੰ ਕਰਦੇ ਹੋ। ਦੂਜਿਆਂ ਨਾਲ ਅੱਛਾ ਕਰੋ ਜਿਵੇਂ ਉਹਨਾਂ ਤੋਂ ਆਸ ਕਰਦੇ ਹੋ। ਰੱਬ ਮਨੁੱਖ ਬਣਿਆ ਤਾਂ ਕਿ ਮਨੁੱਖ ਰੱਬ ਬਣ ਸਕੇ, ਇਹ ਇਹਨਾਂ ਦਾ ਵਿਸ਼ਵਾਸ ਹੈ। ਮਨੁੱਖ ਅੰਦਰ ਰੱਬੀ ਚਿੰਗਾਰੀ ਨਾਸ਼ਵਾਨ ਨਹੀਂ ਹੈ। ਘੁੰਮ ਫਿਰ ਕੇ ਪਾਪੀ ਮਨੁੱਖ ਮੁੜ ਰੱਬ ਪਾਸ ਜਾਉਂਦਾ ਹੈ। ਇਹ ਉਸ ਦਾ ਆਖਰੀ ਨਿਸ਼ਾਨਾ ਹੈ। ਸੰਸਾਰ ਵਿੱਚ ਲਗਭਗ 13 ਈਸਾਈ ਧਰਮ ਆਧਾਰਿਤ ਦੇਸ਼ ਹਨ। ਪੋਪ ਕੈਥੋਲਿਕ ਧਰਮ ਦਾ ਸਰਤਾਜ ਵੈਟੀਕਨ ਰੋਮ ਵਿੱਚ ਹੈ। ਤੇ ਬਾਈਬਲ ਦੇ ਕੁਝ ਕੋਟ ਨੇ ਜਿਹੜੇ ਇਸ ਪੇਜ ਤੇ ਦਿੱਤੇ ਹੋਏ ਨੇ। ਸ਼ੁਰੂ ਵਿੱਚ ਸ਼ਬਦ ਸੀ, ਸ਼ਬਦ ਰੱਬ ਨਾਲ ਸੀ ਅਤੇ ਸ਼ਬਦ ਹੀ ਰੱਬ ਸੀ। ਮੇਰੇ ਲਈ ਇਸ ਤੋਂ ਬੜੀ ਕੋਈ ਖੁਸ਼ੀ ਨਹੀਂ ਕਿ ਮੇਰੇ ਬੱਚੇ ਸੱਚੇ ਹਨ। ਯਿਸੂਸ ਨੇ ਚੇਲੇ ਨੂੰ ਦੱਸਿਆ ਕਿ ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਕੋਈ ਵੀ ਮਨੁੱਖ ਪਿਤਾ ਰੱਬ ਪਾਸ ਮੇਰੇ ਬਿਨਾ ਨਹੀਂ ਜਾ ਸਕਦਾ। ਪਾਪ ਤੋਂ ਨਾ ਹਾਰੋ ਬਲਕਿ ਉਸ ਨੂੰ ਅੱਛਾਈ ਵਿੱਚ ਬਦਲੋ। ਵਡਭਾਗੀ ਨੇ ਅਮਨ ਬਣਾਉਣ ਵਾਲੇ, ਉਹ ਰੱਬ ਦੇ ਬੱਚੇ ਅਖਵਾਉਣਗੇ। ਜਿਸ ਪਿਆਰ ਨਹੀਂ ਕੀਤਾ ਉਸ ਰੱਬ ਨਹੀਂ ਜਾਣਿਆ। ਰੱਬ ਪਿਆਰ ਹੈ। ਕਿਉਂਕਿ ਔਰਤ ਮਰਦ ਤੋਂ ਆਈ ਹੈ, ਇਸ ਲਈ ਮਰਦ ਵੀ ਔਰਤ ਤੋਂ ਜੰਮਿਆ ਹੈ। ਪਰ ਹਰ ਚੀਜ਼ ਰੱਬ ਤੋਂ ਉਪਜੀ ਹੈ। ਕਿਉਂਕਿ ਤੁਹਾਨੂੰ ਬਣਾਉਣ ਵਾਲਾ ਤੁਹਾਡਾ ਪਤੀ ਹੈ। ਉਸ ਦਾ ਨਾਮ ਸਭ ਦੀ ਮਹਿਮਾਨਵਾਜ਼ੀ ਕਰਨ ਵਾਲਿਆਂ ਦੇ ਉੱਪਰ ਰੱਬ ਹੈ। ਉਹ ਇਜ਼ਰਾਈਲ ਦਾ ਪਵਿੱਤਰ ਤੁਹਾਨੂੰ ਬਚਾਉਣ ਵਾਲਾ ਹੈ। ਉਹ ਸਾਰੇ ਸੰਸਾਰ ਦਾ ਰੱਬ ਖੁਆਉਂਦਾ ਹੈ। ਤੁਸੀਂ ਮਾਫ ਕਰੋ ਕਿਉਂਕਿ ਰੱਬ ਨੇ ਆਪ ਨੂੰ ਬਖਸ਼ਿਆ ਹੈ। ਸੁਧਾਰ ਦੀ ਲੋੜ ਤੇ ਮੇਰੇ ਵਿਚਾਰ ਨੇ। ਕਈ ਪਾਦਰੀਆਂ ਦਾ ਵਿਗਿਆਨਿਕ ਵਿਚਾਰਾਂ ਨਾਲ ਵਿਰੋਧ ਰਿਹਾ ਹੈ। ਡਾਰਵਿਨ ਦੀ ਵਿਕਾਸਵਾਦ ਥਿਊਰੀ ਕਈ ਹਾਲੇ ਵੀ ਨਹੀਂ ਮੰਨਦੇ। ਵਿਗਿਆਨਕਾਂ ਨੂੰ ਬ੍ਰਹਿਮੰਡ ਬਾਰੇ ਵਿਚਾਰਾਂ ਤੇ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਬਰੂਨੋ ਸਾੜਿਆ ਗਿਆ ਅਤੇ ਗੈਲੀਲੀਓ ਘਰ ਵਿੱਚ ਹੀ ਸਾਰੀ ਉਮਰ ਨਜ਼ਰਬੰਦ ਰਿਹਾ। ਕਈ ਇਵੈਂਜਲਿਸਟ ਪਾਦਰੀ ਲੋਕਾਂ ਨੂੰ ਝੂਠੀਆਂ ਕਰਾਮਾਤਾਂ ਦੇ ਪ੍ਰਦਰਸ਼ਨ ਰਾਹੀਂ ਭਰਮਾਉਂਦੇ ਹਨ। ਬ੍ਰਹਮਚਾਰਯ ਰਾਹੀਂ ਪਵਿੱਤਰਤਾ ਵਧਾਉਣੀ ਤੇ ਸਵਰਗ ਦੀ ਨੇੜਤਾ ਭਾਲਣਾ ਪ੍ਰਚਲਿਤ ਹੈ। ਆਦਮੀ ਦੀ ਸੁਨਤ ਬਾਈਬਲ ਆਧਾਰਿਤ ਹੈ। ਇਸਤਰੀ ਦੀ ਸੁਨਤ ਸੱਭਿਆਚਾਰ ਆਧਾਰਿਤ ਹੈ। ਈਸਾ ਪੂਰਵਕ ਸਮਿਆਂ ਤੋਂ ਚੱਲ ਰਹੀ ਹੈ। ਬਹੁਤ ਘੱਟ ਥਾਵਾਂ ਤੇ ਹਾਲੀ ਹੈ, ਜਿਵੇਂ ਕਿ ਇਥੀਓਪੀਆ ਵਿੱਚ। ਬਹੁ ਵਿਆਹ ਮੋਰਮਨਾਂ ਵਿੱਚ ਪ੍ਰਚਲਿਤ ਸੀ। 1896 ਵਿੱਚ ਬੰਦ ਹੋਇਆ, ਪਰ ਧਰਮ ਵਿੱਚੋਂ ਬਾਹਰ ਕੱਢਣ ਦੇ ਬਾਵਜੂਦ ਵੀ ਚੱਲ ਰਿਹਾ ਹੈ ਅਮਰੀਕਾ ਵਿੱਚ। ਅਜੋਕੇ ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਈਸਾਈ ਧਰਮ ਨਹੀਂ, ਸਿਰਫ ਮਨੁੱਖੀ ਰਿਸ਼ਤਿਆਂ ਦੀ ਵਿਚਾਰਧਾਰਾ ਹੈ। ਯਹੋਵਾ ਵਿਟਨੈਸ ਹੀ ਅਸਲੀ ਧਰਮ ਹੈ। ਪਾਬੰਦੀ ਹੈ ਖੂਨ ਬਦਲਣ ਤੇ, ਜਨਮ ਦਿਨ ਮਨਾਉਣ ਤੇ, ਸੱਚ ਝੂਠ, ਲੜਾਈ ਦਾ ਪਰਲੇ ਦਿਨ ਨੇੜੇ ਹੈ। ਇਹਨਾਂ ਦਾ ਵਿਸ਼ਵਾਸ ਹੈ ਸਵਰਗ ਨਰਕ ਦੇ ਫੈਸਲੇ ਕਰਨ ਵਾਸਤੇ। ਇਹ ਕਈ ਵਾਰ ਹੈ, ਇਹ ਹਰ ਸਦੀ ਵਿੱਚ ਘੱਟੋ ਘੱਟ 2-4 ਵਾਰ ਇਸ ਤਰ੍ਹਾਂ ਦੇ ਐਲਾਨ ਹੁੰਦੇ ਨੇ।
ਇਸਲਾਮ 7ਵੀਂ ਸਦੀ ਦਾ ਦੂਜਾ ਸਭ ਤੋਂ ਵੱਡਾ ਧਰਮ ਅਤੇ ਤੀਜਾ ਇਬਰਾਹਿਮੀ ਧਰਮ ਹੈ। ਮਸੀਹਾ ਮੁਹੰਮਦ ਅਰਬ ਦੇਸ਼ ਵਿੱਚ ਇੱਕ ਯੋਧਾ ਵੀ ਸੀ। ਰੱਬ ਨੂੰ ਸਰਵਗਿਆਤਾ ਅੱਲਾ ਤੇ ਹੋਰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਧਾਰਮਿਕ ਪੁਸਤਕ ਕੁਰਾਨ ਹੈ। ਆਬਾਦੀ 1.9 ਅਰਬ, ਸੁੰਨੀ 1.7 ਤੇ 2 ਅਰਬ, ਸੂਫੀ ਵਗੈਰਾ ਸ਼ੀਆ 2 ਅਰਬ, ਸੂਫੀ ਤੇ ਹੋਰ ਕਈ ਧਾਰਨਾਵਾਂ ਹਨ। ਅੱਲਾ ਆਕਾਸ਼ ਵਿੱਚ ਇੱਕ ਬਹੁਤ ਵੱਡੀ ਤਾਕਤਵਰ ਸਰਵਗਿਆਤਾ ਰੋਸ਼ਨੀ ਹੈ ਇਹਨਾਂ ਮੁਤਾਬਕ, ਜੋ ਜਿਸ ਨੂੰ ਚਾਹੇ ਰੋਸ਼ਨੀ ਵੱਲ ਲਿਜਾਂਦਾ ਹੈ। ਇਸਲਾਮ ਆਪਣੇ ਆਪ ਨੂੰ ਰੱਬ ਹਵਾਲੇ ਕਰਨਾ ਹੈ। ਸ਼ਰਧਾਲੂ ਮੁਸਲਮਾਨ ਅਖਵਾਉਂਦਾ ਹੈ, ਰੱਬ ਪੁੱਛਣ ਲਈ ਵਿਚੋਲਾ ਨਹੀਂ ਹੈ, ਮੈਂ ਕਾਇਨਾਤ ਵਿੱਚ ਹੀ ਹਾਂ। ਸ਼ਰਧਾਲੂ ਦੇ ਦਿਲਾਂ ਵਿੱਚ, ਮੈਂ ਕਾਇਨਾਤ ਵਿੱਚ ਨਹੀਂ ਹਾਂ, ਸ਼ਰਧਾਲੂ ਦੇ ਦਿਲ ਵਿੱਚ ਹਾਂ, ਕੁਰਾਨ ਕਹਿ ਰਿਹਾ ਹੈ। ਮੱਕਾ ਕਾਬਾ ਹਜ ਦੀ ਥਾਂ ਹੈ। ਪਿਆਰ ਸ੍ਰਿਸ਼ਟੀ ਦਾ ਮਰਕਜ਼ ਹੈ। ਬੁੱਤ ਪੂਜਾ ਦੀ ਮਨਾਹੀ ਹੈ। ਸੱਚਾ ਅੱਛਾ ਇਨਸਾਨ ਰੱਬ ਅਤੇ ਉਸ ਦੇ ਹੁਕਮ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਸ ਦੇ ਪਿਆਰ ਕਰਕੇ ਲੋੜਵੰਦ ਨੂੰ ਦਾਨ ਦਿੰਦਾ ਹੈ। ਰੱਬ ਨੂੰ ਉਹ ਸਭ ਤੋਂ ਪਿਆਰਾ ਹੈ ਜਿਸ ਵਿੱਚੋਂ ਰੱਬ ਤੋਂ ਵਧੀਆ ਅੱਛਾਈ ਬਾਹਰ ਆਵੇ। ਸਾਰੇ ਮੁਸਲਮਾਨ ਗੁਨਾਹਾਂ ਦੀ ਮਾਫੀ ਲਈ ਹਜ ਕਰਨ ਮੱਕੇ ਜਾਂਦੇ ਹਨ, ਬਾਰ-ਬਾਰ ਮਾਫੀ ਨਹੀਂ ਮੰਗਦੇ ਜਿਸ ਤਰ੍ਹਾਂ ਕ੍ਰਿਸਚਨ ਵਿੱਚ। ਸਭ ਤੋਂ ਵਧੀਆ ਜਿਹਾਦ ਖੁਦੀ ਦੀ ਜਿੱਤ ਹੈ। ਅੱਛਾਈ ਅਤੇ ਸੱਚ ਦੀ ਇੰਤਹਾ ਛੂਹਣ ਦੀ ਕੋਸ਼ਿਸ਼ ਕਰੋ। ਦਇਆ ਸ਼ਰਧਾ ਦੀ ਨਿਸ਼ਾਨੀ ਹੈ। ਜੋ ਦਿਆਵਾਨ ਨਹੀਂ ਉਸ ਵਿੱਚ ਸ਼ਰਧਾ ਨਹੀਂ। ਸੂਫੀ ਮੁਸਲਮਾਨ ਇਸੇ ਜੀਵਨ ਵਿੱਚ ਰੱਬ ਤੱਕ ਪੁੱਜਣਾ ਚਾਹੁੰਦੇ ਹਨ। ਨਾਚ ਗਾਣੇ ਰਾਹੀਂ ਰੱਬ ਸਿਮਰਨ ਕਰਕੇ ਸੁਚੱਜਾ ਜੀਵਨ ਜੀਓ, ਇਹ ਉਹਨਾਂ ਦਾ ਵਿਸ਼ਵਾਸ ਹੈ। ਇੱਕ ਸੰਤ ਔਰਤ ਸੂਫੀ ਰਾਬੀਆ ਅਲ ਅਦਾਵੀਆ ਸੰਨ 717 ਵਿੱਚ ਹੋਈ ਹੈ ਦਾ ਇੱਕ ਮਸ਼ਹੂਰ ਅਖਾਣ ਹੈ। ਬੁਝਾ ਦਿਓ ਨਰਕ ਦੀਆਂ ਅੱਗਾਂ ਅਤੇ ਸਵਰਗ ਦੇ ਇਨਾਮ, ਕਿਉਂਕਿ ਇਹ ਸਭ ਰੱਬ ਦੇ ਰਸਤੇ ਦੀਆਂ ਰੁਕਾਵਟਾਂ ਨੇ। ਪੂਜਾ ਸਿਰਫ ਰੱਬ ਨਾਲ ਪਿਆਰ ਵਾਸਤੇ ਕਰੋ। ਇਸਲਾਮ ਅਰੇਬੀਆ ਵਿੱਚ ਯਹੂਦੀਆਂ ਦੀ ਬੁੱਤ ਪ੍ਰਸਤੀ ਕਾਰਨ ਪੈਦਾ ਹੋਇਆ। ਖੁਦਾ ਪੂਰਬ ਪੱਛਮ ਦੋਵੇਂ ਪਾਸੇ ਹੈ, ਜਿੱਧਰ ਮੁੜੋ ਉਧਰ ਹੀ ਹੈ। ਖੁਦਾ ਸਰਵ ਗਿਆਤਾ ਅਤੇ ਸਰਵ ਸ਼ਕਤੀਮਾਨ ਹੈ। ਬਹੁ ਵਿਆਹ ਮਰਦਾਂ ਦੇ ਜੰਗਾਂ ਵਿੱਚ ਮਰ ਕਾਰਨ ਪ੍ਰਚਲਿਤ ਹੋਇਆ। ਯਤੀਮ ਬੱਚਿਆਂ ਦੀ ਸੰਭਾਲ ਲਈ ਕਾਨੂੰਨ ਬਣੇ ਤਾਂ ਕਿ ਵੱਡੇ ਹੋਣ ਤੇ ਆਪਣੀ ਜਾਇਦਾਦ ਦਾ ਸਹੀ ਵਾਰਸ ਬਣ ਸਕਣ। 16ਵੀਂ ਅਤੇ 17ਵੀਂ ਸਦੀ ਵਿੱਚ 30 ਲੱਖ ਮੁਸਲਮਾਨਾਂ ਨੂੰ ਨਸਲਕੁਸ਼ੀ ਦੇ ਖਤਰੇ ਕਰਕੇ ਸਪੇਨ ਛੱਡਣਾ ਪਿਆ। ਇਹ ਸਾਰੇ ਜਾ ਕੇ ਉੱਤਰੀ ਅਫਰੀਕਾ ਵਿੱਚ ਵਸੇ, ਜਿੱਥੇ ਹਰੀ ਬਹੁਤ ਗੜਬੜ ਚੱਲ ਰਹੀ ਹੈ। ਇਸਲਾਮ ਵਿੱਚ ਮਨੁੱਖ ਤੋਂ ਰੱਬ ਬਣਨਾ ਸੰਭਵ ਨਹੀਂ। ਇਸਲਾਮ 27 ਦੇਸ਼ਾਂ ਦਾ ਰਾਜ ਧਰਮ ਹੈ। ਇਸ ਪੇਜ ਤੇ ਕੁਰਾਨ ਦੇ ਹਵਾਲੇ ਨੇ ਕੁਝ। ਇਬਰਾਹਿਮ ਨਾ ਤਾਂ ਯਹੂਦੀ ਸੀ ਨਾ ਹੀ ਈਸਾਈ, ਉਹ ਇੱਕ ਰੱਬ ਮੰਨਣ ਵਾਲਾ ਮੁਸਲਮਾਨ ਸੀ। ਖੁਦਾ ਦੀ ਹਦਾਇਤ ਮੁਤਾਬਕ ਜਾਇਦਾਦ ਦਾ ਮਰਦ ਦਾ ਔਰਤ ਤੋਂ ਦੁੱਗਣਾ ਹਿੱਸਾ ਹੈ। ਈਸਾਈ ਅਤੇ ਯਹੂਦੀ ਲਈ ਸੁਣਿਆ ਹੈ ਕਿ ਸਾਡੇ ਤੇ ਤੁਹਾਡਾ ਰੱਬ ਇੱਕੋ ਹੀ ਹੈ। ਉਸਨੇ ਅਸਮਾਨ ਤੇ ਧਰਤੀ ਸੱਚ ਨਾਲ ਪੈਦਾ ਕੀਤੇ ਹਨ। ਉਸਨੇ ਤੁਹਾਨੂੰ ਅੱਛੇ ਢੰਗ ਨਾਲ ਬਣਾਇਆ ਹੈ। ਅੰਤ ਵਿੱਚ ਉਸੇ ਕੋਲ ਜਾਣਾ ਹੈ। ਉਹਨਾਂ ਨੂੰ ਯਾਦ ਨਹੀਂ ਰਹੇਗਾ ਜੇ ਰੱਬ ਦੀ ਮਰਜ਼ੀ ਨਹੀਂ ਹੋਵੇਗੀ। ਉਹ ਚੰਗਿਆਈ ਅਤੇ ਮਾਫੀ ਦਾ ਸਰੋਤ ਹੈ। ਕਿਸੇ ਦੀ ਇੱਕ ਕਿਨਕੇ ਦੀ ਅੱਛਾਈ ਉਹ ਜਾਣਦਾ ਹੈ, ਜੋ ਕਿਸੇ ਨੇ ਇੱਕ ਕਿਨਕੇ ਦੀ ਬੁਰਾਈ ਕੀਤੀ ਹੈ ਉਹ ਵੀ ਰੱਬ ਜਾਣਦਾ ਹੈ। ਇਹ ਇਹਨਾਂ ਦਾ ਵਿਸ਼ਵਾਸ ਹੈ। ਇਸਲਾਮ ਵਿੱਚ ਸੁਧਾਰ ਦੀ ਲੋੜ। ਈਰਾਨ ਨੇ ਸ਼ਰੀਆ ਕਾਨੂੰਨ ਸੁਧਾਰਨ ਤੇ ਬਹਾਈ ਆਗੂ ਸ਼ਰਾਜ਼ੀ ਮਾਰਿਆ 1750 ਵਿੱਚ। ਦੂਜੇ ਧਰਮ ਵਾਲੇ ਮੱਕੇ ਨਹੀਂ ਜਾ ਸਕਦੇ। ਹਰ ਇੱਕ ਮੁਸਲਮਾਨ ਨੂੰ ਪਾਪਾਂ ਦੀ ਮਾਫੀ ਲਈ ਹਜ ਵਾਸਤੇ ਮੱਕੇ ਜਾਣਾ ਪੈਂਦਾ ਹੈ। ਨਬੀ ਮੁਹੰਮਦ ਦੀ ਤਸਵੀਰ ਤੱਕ ਬਣਾਉਣਾ ਜੁਰਮ ਹੈ। ਸੰਗੀਤ ਦੀ ਮਨਾਹੀ ਹੈ। ਮਸਜਿਦ ਵਿੱਚ ਜਿੱਥੇ ਨਮਾਜ਼ ਪੜ੍ਹੀ ਜਾਂਦੀ ਹੈ।
ਸੁन्नी ਤੇ ਸ਼ੀਆ ਪੁਰਾਣਾ ਇਖਤਲਾਫ 680 ਕਰਬਲਾ ਲੜਾਈ ਸ਼ੁਰੂ ਹੋਇਆ ਸੀ, ਹਾਲੇ ਤੱਕ ਖਤਮ ਨਹੀਂ ਹੋਇਆ। ਇਸਲਾਮ ਵਿੱਚ ਵਰਤ ਰੱਖਦੇ ਹਨ ਅਤੇ ਜਾਨਵਰਾਂ ਦੀ ਕੁਰਬਾਨੀ ਵੀ ਦਿੱਤੀ ਜਾਂਦੀ ਹੈ। ਬੁੱਤ ਪ੍ਰਸਤੀ ਸੂਫੀ ਕਬਰਾਂ ਤੇ ਸੰਗੀਤ ਨਾਲ ਧਾਰਮਿਕ ਗਾਇਨ ਕਰਦੇ ਹਨ। ਰੱਬ ਵਿੱਚ ਯਕੀਨ ਨਾ ਰੱਖਣ ਵਾਲਿਆਂ ਵਾਸਤੇ ਦੋਜ਼ਖ ਦੀ ਅੱਗ ਨਿਸ਼ਚਿਤ ਹੈ। ਆਦਮੀ ਵਿਆਹ 4 ਤੱਕ ਕਰ ਸਕਦੇ ਹਨ, ਉਹਨਾਂ ਲਈ ਸੁਨਨਤ ਜ਼ਰੂਰੀ ਹੈ। ਔਰਤ ਦੀ ਸੁਨਨਤ ਸੱਭਿਆਚਾਰਕ ਹੈ, ਨਾ ਕਿ ਧਾਰਮਿਕ। ਬਹੁਤ ਘੱਟ ਪਰ 30 ਦੇਸ਼ਾਂ ਵਿੱਚ ਹਲੀ ਹੋ ਰਹੀ ਹੈ। ਬੁਰਕਾ ਮੂੰਹ ਤੇ ਪਰਦੇ ਲਈ ਕਈ ਥਾਵਾਂ ਤੇ ਕਾਨੂੰਨੀ ਪਾਬੰਦੀ ਹੈ। ਧਾਰਮਿਕ ਪੁਲਿਸ ਵੀ ਹੈ। ਖਾਣੇ ਵਾਸਤੇ ਸੂਰ ਮਾਸ ਦੀ ਮਨਾਹੀ ਹੈ। ਧਾਰਮਿਕ ਜ਼ੁਲਮ ਆਪਸ ਵਿੱਚ ਹੀ ਮਸਜਿਦਾਂ ਵਿੱਚ ਹੁੰਦਾ ਹੈ। ਨਾਈਜੀਰੀਆ ਵਿੱਚ ਈਸਾਈਆਂ ਤੇ ਲਗਾਤਾਰ ਜ਼ੁਲਮ ਅੱਜਕੱਲ ਹੋ ਰਹੇ ਹਨ। ਇੰਡੀਅਨ ਸਬਕੰਟੀਨੈਂਟ ਤੇ ਚੱਲਦੇ ਹਾਂ। ਹਿੰਦੂ ਧਰਮ ਭਾਰਤ ਦੇ 4000 ਸਾਲ ਪੁਰਾਣੇ ਧਰਮ ਦਾ ਨਾਮ ਸਨਾਤਨ ਧਰਮ ਹੈ। ਹਿੰਦੂ ਸ਼ਬਦ 400 BC ਵਿੱਚ ਯੂਨਾਨੀਆਂ ਨੇ ਸਿੰਧ ਪਾਰ ਲੋਕਾਂ ਵਾਸਤੇ ਵਰਤਿਆ। ਬਹੁਤ ਦੇਵਵਾਦੀ ਧਰਮ ਹੈ। ਆਬਾਦੀ 1.4 ਅਰਬ ਹੈ। ਗੀਤਾ ਅਨੁਸਾਰ ਭਗਵਾਨ ਕ੍ਰਿਸ਼ਨ ਹੀ ਸੰਸਾਰ ਨੂੰ ਬਣਾਉਂਦਾ, ਚਲਾਉਂਦਾ ਤੇ ਖਤਮ ਕਰਦਾ ਹੈ। ਅਵਤਾਰ ਰਾਮ, ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ ਅਤੇ ਹੋਰ 33 ਕਰੋੜ ਦੇਵਤੇ ਮੰਨੇ ਜਾਂਦੇ ਹਨ। ਵੇਦ, ਪੁਰਾਣ, ਉਪਨਿਸ਼ਦ ਧਾਰਮਿਕ ਪੁਸਤਕਾਂ ਹਨ। ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਮੰਨੀ ਜਾਂਦੀ ਹੈ। ਸ਼ਾਸਤਰ ਅਤੇ ਰਾਮਾਇਣ, ਮਹਾਭਾਰਤ, ਪੁਰਾਤਨ ਗਾਥਾਵਾਂ ਵਿੱਚ ਮਿਥਿਹਾਸ ਵੀ ਬਹੁਤ ਹੈ। ਪੁਰਾਣੇ ਕਈ ਮੰਦਰ ਹੁਨਰ ਦੇ ਕਮਾਲ ਦਰਸਾਉਂਦੇ ਹਨ। ਓਮ ਸ਼ਬਦ ਜਾਪ ਲਈ ਹੈ। ਇਤਿਹਾਸਕ ਪਵਿੱਤਰ ਸਥਾਨ ਹਰਿਦੁਆਰ ਵਿੱਚ ਹੈ। ਰੰਗਾਨਾਥਨਾ ਸਵਾਮੀ ਮੰਦਿਰ ਤਾਮਿਲਨਾਡੂ ਵਿੱਚ ਹੈ। ਮਨੁੱਖੀ ਗੁਣ ਅੱਛਾਈ, ਸਤਵਾ, ਉਤਸਾਹਿਕ ਕਰਮ, ਰਜਸ, ਅੰਧੇਰਾ, ਤਮਸ ਹਨ। ਆਤਮਾ ਹੀ ਬ੍ਰਹਮਾ ਹੈ, ਜੋ ਸਿਮਰਨ ਪੂਜਾ ਨਾਲ ਬਣਿਆ ਜਾ ਸਕਦਾ ਹੈ। ਕਰਮ ਸਵਰਗ, ਨਰਕ, ਪੁਨਰ ਜਨਮ ਅਤੇ ਮੁਕਤੀ ਵਿੱਚ ਵਿਸ਼ਵਾਸ ਹਨ। ਉਪਨਿਸ਼ਦਾਂ ਕਰਕੇ ਉਦਾਸ ਫਕੀਰੀ ਜੀਵਨ ਤੇ ਵੀ ਜ਼ੋਰ ਪਿਆ। ਉਪਨਿਸ਼ਦਾਂ ਕਰਕੇ ਉਦਾਸ ਫਕੀਰੀ ਕਿਰਸੀ ਜੀਵਨ, ਜ਼ਬਤ, ਸੱਚਾਈ, ਪਿਆਰ, ਗਿਆਨ, ਅੱਛਾਈ ਜ਼ਰੂਰੀ ਹਨ। ਪਰਿਵਾਰ ਸੁੱਚੀ ਥਾਂ ਹੈ, ਸ਼ਾਦੀ 7 ਜਨਮਾਂ ਲਈ ਹੈ। ਸਮਾਜ ਪੰਡਤ, ਖੇਤਰੀ, ਵੈਸ਼ਯ, ਸ਼ੂਦਰ ਜਾਤਾਂ ਵਿੱਚ ਵੰਡਿਆ ਹੋਇਆ ਹੈ। ਬ੍ਰਾਹਮਣ ਆਪਣੇ ਨੂੰ ਰੱਬ ਦੇ ਨੇੜੇ ਮੰਨ ਕਰਕੇ ਕਰਮਕਾਂਡ ਆਧਾਰਿਤ ਹਦਾਇਤਾਂ ਦਿੰਦੇ ਹਨ। ਮੂਰਤੀ ਪੂਜਾ ਦੀਆਂ ਕਿਸਮਾਂ ਸ਼ਿਵਲਿੰਗ, ਗਾਏ, ਦਾਂਤ, ਸੱਪ, ਪੰਛੀ, ਬੂਟੇ, ਨਦੀਆਂ, ਪਹਾੜ ਸਭ ਹਨ। ਵੈਦਿਕ ਸਮੇਂ ਦੀ ਇੱਕ ਇਸਤਰੀ ਸੰਤ ਗਾਰਗੀ ਹੋਈ ਹੈ 700 BC ਵਿੱਚ। ਉਸ ਮੁਤਾਬਕ ਜਿੱਥੇ ਆਨੰਦ ਹੈ ਉੱਥੇ ਹੀ ਰੱਬ ਹੈ। ਚੰਗੀ ਸਿਹਤ ਲਈ ਯੋਗਾ ਤੇ ਜ਼ੋਰ ਦਿੱਤਾ ਜਾਂਦਾ ਹੈ। ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਦੌਰਾਨ ਹਿੰਦੂਆਂ ਤੇ ਭਿਆਨਕ ਜ਼ੁਲਮ ਹੋਏ ਨੇ। ਇਹਨਾਂ ਵਿੱਚ ਸੁਧਾਰ ਲਹਿਰਾਂ ਚੱਲੀਆਂ ਨੇ ਪਿਛਲੇ ਕੁਝ ਸਦੀਆਂ ਵਿੱਚ। ਸ਼ੰਕਰਾਚਾਰਿਆ ਨੇ 788 8ਵੀਂ ਸਦੀ ਵਿੱਚ ਹਿੰਦੂ ਧਰਮ ਦਾ ਭਾਰਤ ਅੰਦਰ ਪੁਨਰ ਨਿਰਮਾਣ ਕੀਤਾ। ਇਸ ਸਮੇਂ ਬੌਧਾਂ ਤੇ ਬਹੁਤ ਜ਼ੁਲਮ ਹੋਏ ਦੱਸਦੇ ਹਨ। ਅਦਵੈਤਵਾਦ ਵਿਚਾਰ ਮੁਤਾਬਕ ਈਸ਼ਵਰ, ਬ੍ਰਹਮਾ, ਹਰੀ, ਰਾਮ ਇੱਕ ਰੱਬ ਰੂਪ ਹਨ। ਵੈਕੁੰਠਰ ਅਰਥਾਤ ਤਾਮਿਲਨਾਡੂ ਦੱਖਣੀ ਭਾਰਤ ਵਿੱਚ ਕਲਯੁਗ ਦਾ ਨਾਸ਼ਕ ਅਖਵਾਉਂਦਾ ਹੈ। ਉਸਨੇ 19ਵੀਂ ਸਦੀ ਵਿੱਚ ਜਾਤ ਪਾਤ ਤੇ ਪਾਬੰਦੀ ਲਾਈ। ਸਵਾਮੀ ਦਇਆਨੰਦ 1824 ਵਿੱਚ ਆਰੀਆ ਸਮਾਜੀ ਨੇ ਵੀ 19ਵੀਂ ਸਦੀ ਵਿੱਚ ਜਾਤ ਪਾਤ ਤੇ ਬੁੱਤ ਪ੍ਰਸਤੀ ਛੱਡੀ ਅਤੇ ਇੱਕ ਰੱਬ ਮੰਨਣ ਤੇ ਜ਼ੋਰ ਪਾਇਆ। ਬ੍ਰਹਮੋ ਸਮਾਜ ਰਾਮ ਮੋਹਨ ਰਾਏ ਨੇ 1828 ਪੈਦਾ ਹੋਇਆ ਸੀ ਮੁਤਾਬਕ ਸਿਰਫ ਬ੍ਰਹਮਾ ਹੀ ਹੈ, ਨਾ ਬੁੱਤ, ਨਾ ਜ਼ਾਤ, ਨਾ ਅਕੀਦਾ, ਨਾ ਧਰਮ। ਪੁਰਾਤਨ ਧਾਰਮਿਕ ਪੁਸਤਕਾਂ ਬੇਲੋੜੀਆਂ ਹਨ। ਉਸਨੇ ਸਤੀ ਦੀ ਪ੍ਰਥਾ ਤੇ ਬੱਚਿਆਂ ਦੀ ਸ਼ਾਦੀ ਤੇ ਵੀ ਪਾਬੰਦੀ ਲਾਈ। ਉਸ ਮੁਤਾਬਕ ਕਰਮ ਅਤੇ ਪੁਨਰ ਜਨਮ ਉੱਤੇ ਹਰ ਕੋਈ ਨਿੱਜੀ ਵਿਸ਼ਵਾਸ ਕਰੇ ਜਿਵੇਂ ਉਹਨੂੰ ਚੰਗਾ ਲੱਗਦਾ ਹੈ। ਧਾਰਮਿਕ ਗ੍ਰੰਥਾਂ ਦੇ ਅਖਾਣ। ਗਾਇਤਰੀ ਮੰਤਰ ਪ੍ਰਾਰਥਨਾ ਰੋਸ਼ਨੀ ਦੀ ਦੇਵੀ ਮਾਂ ਸੂਰਜ ਅੱਗੇ ਭਗਤ ਦੀ ਪਵਿੱਤਰਤਾ ਲਈ ਹੈ। ਸਰੀਰ ਰੱਬ ਦਾ ਮੰਦਰ ਹੈ।
ਅੰਦਰ ਚੇਤਨਾ ਜਗਾ ਕੇ ਸੱਚੀ ਰੋਸ਼ਨੀ ਪਾਓ। ਰਘੂਕੁਲ ਦੀ ਰੀਤ ਹੈ ਕਿ ਵਾਅਦਾ ਪੂਰਾ ਕਰਨਾ ਜ਼ਰੂਰੀ ਭਾਵੇਂ ਜਾਨ ਚਲੀ ਜਾਵੇ। ਸਰਬ ਸ਼ਕਤੀਮਾਨ ਆਪ ਬੇਅੰਤ ਸੰਸਾਰ ਵੀ ਬੇਅੰਤ ਅਤੇ ਬੇਅੰਤ ਤੋਂ ਹੀ ਬੇਅੰਤ ਉਪਜਿਆ ਹੈ। ਮਨੁੱਖ ਵਿਸ਼ਵਾਸ ਦਾ ਬਣਿਆ ਹੈ, ਉਹ ਉਹੀ ਹੈ ਜੋ ਉਸ ਦਾ ਵਿਸ਼ਵਾਸ ਹੈ। ਚੁੱਪੀ, ਸ਼ਰਾਫਤ, ਖਾਮੋਸ਼ੀ, ਆਪਣੇ ਤੇ ਪਾਬੰਦੀ ਅਤੇ ਪਵਿੱਤਰਤਾ ਮਨ ਦਾ ਜ਼ਬਤ ਹਨ। ਆਪਣੇ ਮਨ ਨੂੰ ਕੰਮ ਵਿੱਚ ਲਾਓ, ਨਾ ਕਿ ਉਸ ਦੇ ਇਨਾਮ ਵਿੱਚ। ਸਾਰੇ ਕੰਮ ਕੁਦਰਤ ਦੀ ਊਰਜਾ ਅਤੇ ਸ਼ਕਤੀ ਨਾਲ ਹੋ ਰਹੇ ਹਨ। ਆਪਣੇ ਹੰਕਾਰ ਦੇ ਧੋਖੇ ਕਰਕੇ ਮਨੁੱਖ ਆਪਣਾ ਕੀਤਾ ਸਮਝਦੇ ਹਨ। ਸੁਧਾਰ ਦੀ ਲੋੜ। ਸਮੇਂ ਨੂੰ ਸ਼ੁਭ ਅਸ਼ੁਭ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਕਰਮਕਾਂਡ ਕਾਰਨ ਅਕਸਰ ਵਰਤ ਰੱਖਣੇ ਜ਼ਰੂਰੀ ਹਨ। ਸ਼ਾਕਾਹਾਰੀ ਖਾਣੇ ਬਾਰੇ ਵੀ ਅਸੂਲ ਹਨ। ਬੀਫ ਦੀ ਸਖਤ ਮਨਾਹੀ ਹੈ, ਜੋ ਕਿ ਵੈਦਿਕ ਸਮਿਆਂ ਵਿੱਚ ਖਾਇਆ ਜਾਂਦਾ ਸੀ। ਮੰਦਰਾਂ ਵਿੱਚ ਪੂਜਾ ਦੇ ਹੱਕਾਂ ਬਾਰੇ ਜਾਤ-ਪਾਤ ਆਧਾਰਿਤ ਵਿਤਕਰੇ ਹਨ। ਕਈ ਮਿਥਿਹਾਸਿਕ ਕਹਾਣੀਆਂ ਵਿੱਚ ਵਿਸ਼ਵਾਸ ਜਾਰੀ ਹੈ। ਪ੍ਰਚਾਰਕਾਂ ਦਾ ਬਨਾਵਟੀ ਸ਼ਰਧਾਲੂਆਂ ਰਾਹੀਂ ਝੂਠੀਆਂ ਕਰਾਮਾਤਾਂ ਦਾ ਪ੍ਰਦਰਸ਼ਨ ਹੋ ਰਿਹਾ ਹੈ। ਬ੍ਰਾਹਮਣ ਰੱਬ ਦੇ ਬਣਾਏ ਅਸੂਲਾਂ ਨੂੰ ਲਾਗੂ ਕਰਨ ਦੇ ਜ਼ਿੰਮੇਵਾਰ ਹਨ। ਬੇਤੁਕੇ ਤਰੀਕਿਆਂ ਨਾਲ ਯਾਤਰਾ ਆਦਿ ਜੀਵਨ ਮਸਲਿਆਂ ਦੇ ਸੁਲਝਾਣਾ ਕਰਮਕਾਂਡ ਹੈ। ਕੁਝ ਸ਼ਰਧਾਲੂ ਮੀਲਾਂ ਬੱਧੀ ਲੇਟ ਕੇ ਪੂਜਾ ਲਈ ਯਾਤਰਾ ਕਰਦੇ ਹਨ। ਬ੍ਰਹਮਚਾਰੀਆ ਅਤੇ ਨੰਗਾਪਨ ਅਧਿਆਤਮਕ ਕਾਰਨਾਂ ਲਈ ਮੁੱਕਿਆ ਨਹੀਂ। ਮੰਦਰਾਂ ਵਿੱਚ ਦੇਵਤਿਆਂ ਦਾ ਪ੍ਰਗਟ ਹੋਣਾ ਦੱਸਦੇ ਹਨ। ਕੁਝ ਮੰਦਰਾਂ ਵਿੱਚ ਨਾਰੀ ਦਾ ਦਾਖਲਾ ਵਿਵਰਜਿਤ ਹੈ, ਕੁਝ ਵਿੱਚ ਮਰਦਾਂ ਨੂੰ ਮਨਾਹੀ ਹੈ। ਦਿਸ਼ਾ ਆਧਾਰ ਤੇ ਇਮਾਰਤਾਂ ਦਾ ਬਣਾਉਣਾ, ਵਾਸਤੂ ਅਤੇ ਗ੍ਰਹਿ ਆਧਾਰਿਤ ਕੰਮਕਾਜ ਜਾਰੀ ਹਨ। ਪਰਿਵਾਰ ਅਧਵਾਟੇ ਛੱਡ ਕੇ ਸਾਧੂ ਜੀਵਨ ਅਪਣਾਉਣਾ ਬੰਦ ਨਹੀਂ ਹੋਇਆ। ਹੁਣ ਅਸੀਂ ਬੁੱਧ ਧਰਮ ਤੇ ਆਉਣੇ। ਸਿਧਾਰਥ ਗੌਤਮ 563 BC ਕੁੰਵਰ ਤੋਂ ਪ੍ਰਕਾਸ਼ਵਾਨ ਬੁੱਧ ਬਣਿਆ। ਇਸ ਬੌਧ ਦੇਵਵਾਦੀ ਧਰਮ ਦੀ ਆਬਾਦੀ ਲਗਭਗ 50 ਕਰੋੜ ਹੈ। ਥਰਵੇਦਾ ਪੁਰਾਣਾ ਮਤ ਅਤੇ ਮਹਾਯਾਨਾ ਬੜਾ ਰਬ ਸ਼ਾਖਾਵਾਂ ਹਨ। ਦੋ ਵੱਡੀਆਂ ਜਮਾਤਾਂ ਮੱਠਵਾਸੀ ਅਤੇ ਘਰਵਾਸੀ ਅਤੇ 19 ਪਰੰਪਰਾਵਾਂ ਹਨ। ਧਾਰਮਿਕ ਗ੍ਰੰਥ ਪਾਲੀ ਭਾਸ਼ਾ ਵਿੱਚ ਅਤੇ ਸ਼ਾਗਿਰਦਾਂ ਦੇ ਲੇਖ ਵੀ ਮਹਾਯਾਨਾ ਵਿੱਚ ਹਨ। ਵਿਚਕਾਰਲਾ ਰਸਤਾ ਹੈ, ਨਾ ਐਸ਼ਪ੍ਰਸਤੀ ਅਤੇ ਨਾ ਹੀ ਸਖਤ ਤਿਆਗੀ ਜ਼ਿੰਦਗੀ। ਲਾਮਾ ਬੁੱਧ ਧਰਮ ਵਿੱਚ ਗੁਰੂ ਦੇ ਦਰਜੇ ਤੇ ਹੈ। ਇਹਨਾਂ ਦਾ ਇਤਿਹਾਸਿਕ ਅਸਥਾਨ ਬੋਧ ਗਿਆ ਹੈ। ਸੰਸਾਰ ਸਦੀਵੀ ਹੈ, ਇਹ ਇਹਨਾਂ ਦਾ ਖਿਆਲ ਹੈ। ਕੋਈ ਬਨਾਨ ਖਤਮ ਕਰਨ ਵਾਲਾ ਨਹੀਂ ਹੈ। ਦੇਵਤੇ ਅਤੇ ਬ੍ਰਹਮਾ ਸਵਰਗ ਵਿੱਚ ਰਹਿੰਦੇ ਹਨ। ਰਾਜਾ ਅਸ਼ੋਕਾ ਦੇ ਸਮੇਂ 3 ਸਦੀ BC ਵਿੱਚ ਬੁੱਧ ਭਾਰਤ ਦਾ ਰਾਜ ਧਰਮ ਬਣਿਆ। 8ਵੀਂ ਸਦੀ ਵਿੱਚ ਹਿੰਦੂ ਧਰਮ ਦੇ ਪੁਨਰ ਜਾਗਰਨ ਕਾਰਨ ਬੁੱਧ ਧਰਮ ਬਹੁਤ ਹੀ ਘਟਿਆ। ਇਸੇ ਦੌਰਾਨ ਬੋਧੀਆਂ ਤੇ ਬਹੁਤ ਜ਼ੁਲਮ ਹੋਏ। 5 ਤੱਤ ਧਰਤੀ, ਪਾਣੀ, ਹਵਾ, ਅੱਗ ਅਤੇ ਆਕਾਸ਼ ਵੈਦਾਂਤਿਕ ਵਿਚਾਰਧਾਰਾ ਅਨੁਸਾਰ ਹਨ। ਪੁਨਰ ਜਨਮ ਕਰਮਾਂ ਨਾਲ ਸੰਬੰਧਿਤ ਹੈ। ਆਤਮਾ ਅਤੇ ਕਰਮ ਵਿੱਚ ਹਮਦਰਦੀ ਜ਼ਰੂਰੀ। ਅਹਿੰਸਾ ਪਰਮੋ ਧਰਮਾ ਹੈ। ਇਹ ਪੱਕੇ ਸ਼ਾਕਾਹਾਰੀ ਨਹੀਂ ਹਨ। ਕੁਦਰਤੀ ਮਰੇ ਜੀਵ ਨੂੰ ਖਾ ਸਕਦੇ ਹਨ। ਜਨਮ ਕਰਕੇ ਕੋਈ ਪਾਦਰੀ ਜਾਂ ਨੀਵੀਂ ਜਾਤ ਵਾਲਾ ਨਹੀਂ, ਆਪਣੇ ਆਚਾਰ ਕਰਕੇ ਹੈ, ਇਹਨਾਂ ਦਾ ਵਿਸ਼ਵਾਸ ਹੈ। ਸਭ ਤੋਂ ਬੜਾ ਜਾਦੂ ਹੈ ਖਾਹਿਸ਼ਾਂ ਨੂੰ ਸਦਾ ਗੁਣ ਵਿੱਚ ਬਦਲਣਾ। ਜੋ ਸੱਚ ਲਈ ਕੰਮ ਨਾ ਕਰ ਸਕੇ, ਉਸ ਦਾ ਜੀਵਨ ਵਿਅਰਥ ਹੈ। ਖੁਦ ਕੁਦਰਤੀ ਆਸ਼ੀਰਵਾਦੀ ਹੈ, ਜੋ ਰਹਿਮ ਵਜੋਂ ਹਮਦਰਦੀ ਸਿਖਾਉਂਦਾ ਹੈ। ਜੀਵਨ ਦੁਖੀ ਹੈ ਖੁਦਗਰਜ਼ ਖਾਹਿਸ਼ਾਂ ਕਰਕੇ। ਨਿਰਵਾਣ ਲਈ ਖਾਹਿਸ਼ਾਂ ਮਾਰੋ। ਖੁਸ਼ੀ ਉਹਨਾਂ ਨੂੰ ਕਦੀ ਨਹੀਂ ਮਿਲਦੀ ਜੋ ਹਾਸਲ ਵਿੱਚ ਖੁਸ਼ ਨਹੀਂ। ਖੁਸ਼ੀ ਮਿਲਦੀ ਹੈ ਪਛਤਾਵੇ ਤੋਂ ਆਜ਼ਾਦ ਹੋ ਕੇ। ਬੁੱਧ ਧਰਮ ਦੇ 8 ਸਹੀ ਸਿਧਾਂਤ ਠੀਕ ਸਮਝ, ਸੋਚ, ਬਾਤਚੀਤ, ਕਰਮ, ਕਮਾਈ, ਉਦਮ, ਸਿਆਣਪ ਅਤੇ ਧਿਆਨ ਹਨ। ਸਭ ਤੋਂ ਬੜੀ ਮੈਡੀਟੇਸ਼ਨ ਹੈ ਮਨ ਵਿੱਚੋਂ ਗਲਤ ਬਾਹਰ ਕੱਢ ਦੇਣਾ। ਤੁਸੀਂ ਕਿਸੇ ਲਈ
ਇੱਕ ਦੀਵਾ ਜਗਾਉਂਦੇ ਹੋ ਤਾਂ ਉਹ ਆਪ ਦਾ ਰਸਤਾ ਵੀ ਉਜਲਾ ਦਿੰਦਾ ਹੈ। ਤੁਸੀਂ ਜੋ ਸੋਚਦੇ ਹੋ ਖੁਦ ਬਣਦੇ ਹੋ, ਜੋ ਮਹਿਸੂਸਦੇ ਹੋ ਖਿੱਚਦੇ ਹੋ, ਜੋ ਵਿਚਾਰਦੇ ਹੋ ਪੈਦਾ ਕਰਦੇ ਹੋ। ਸਭ ਤੋਂ ਬੜੀ ਸਿਫਤ ਦੂਜਿਆਂ ਦੀ ਸੇਵਾ ਦਾ ਮੌਕਾ ਪਾਲਣਾ ਹੈ। ਇਹ ਇਹਨਾਂ ਦਾ ਖਿਆਲ। ਇਹ ਮਦਲਾ ਰਸਤਾ ਅਮਨ, ਗਿਆਨ, ਰੁਸ਼ਨਾਈ ਅਤੇ ਨਿਰਵਾਣ ਵੱਲ ਜਾਂਦਾ ਹੈ। ਆਪਾ ਸਦੀਵੀ ਨਹੀਂ ਹੈ, ਗੁੰਝਲਦਾਰ ਹੈ ਅਤੇ ਬਦਲਦਾ ਰਹਿੰਦਾ ਹੈ। ਜ਼ਿੰਦਗੀ ਅਪੂਰਨ ਅਤੇ ਆਰਜ਼ੀ ਹੋਣ ਕਾਰਨ ਦੁੱਖਾਂ ਭਰੀ ਹੈ। ਚਿਪਚਿਪਾਣਾ 4 ਕਿਸਮ ਦਾ ਹੈ: ਖੁਸ਼ੀ ਲਈ, ਵਿਚਾਰ, ਕਾਨੂੰਨ, ਟਿੱਪਣੀ ਅਤੇ ਖੁਦੀ ਨੂੰ। ਖਾਸ ਹੀ ਚੀਜ਼ਾਂ ਦੀ ਭੁੱਖ ਦੁਖਦਾਈ ਬਣਦੀ ਹੈ। ਛੁਟਕਾਰਾ ਪਾਉਣ ਲਈ ਸੱਚਾਈ ਮਾਰਗ ਚੁਣੋ। ਸਦੀਵੀ ਆਨੰਦ, ਨਿਰਵਾਣ ਅਤੇ ਜੀਵਨ ਵਿੱਚ ਪਾਇਆ ਜਾ ਸਕਦਾ ਹੈ। ਅਮਨ ਅੰਦਰੋਂ ਪੈਦਾ ਹੁੰਦਾ ਹੈ। ਹਜ਼ਾਰਾਂ ਖੋਖਲੇ ਸ਼ਬਦਾਂ ਤੋਂ ਚੰਗਾ ਹੈ ਉਹ ਇੱਕ ਅਮਨ ਪੈਦਾ ਕਰਨ ਵਾਲਾ ਸ਼ਬਦ। ਹਰ ਦਿਨ ਅਸੀਂ ਦੁਬਾਰਾ ਜਨਮ ਲੈਂਦੇ ਹਾਂ। ਜੋ ਅੱਜ ਕਰਾਂਗੇ ਉਹ ਸਭ ਤੋਂ ਮਹੱਤਵਪੂਰਨ ਹੈ। ਬੁੱਧ ਧਰਮ ਚੀਨ, ਜਾਪਾਨ, ਕੋਰੀਆ ਅਤੇ ਸ੍ਰੀਲੰਕਾ ਵਿੱਚ ਵਧੇਰੇ ਫੈਲਿਆ। ਸੁਧਾਰ ਦੀ ਲੋੜ। ਮਹਾਤਮਾ ਬੁੱਧ ਨੇ ਗੈਬੀ ਗਿਆਨ ਦੀ ਭਾਲ ਵਿੱਚ ਪਰਿਵਾਰ ਤਿਆਗਿਆ ਅਤੇ 2 ਜਮਾਤਾਂ ਨੂੰ ਜਨਮ ਦਿੱਤਾ। ਪਾਦਰੀ ਮਰਦ ਤੀਵੀਆਂ ਘਰ-ਬਾਰ ਛੱਡ ਪੂਜਾ ਵਿੱਚ ਲੱਗ ਗਏ। ਗ੍ਰਸਤੀ ਪਰਿਵਾਰ ਉਹਨਾਂ ਦੀ ਸੇਵਾ ਕਰਕੇ ਹੀ ਨਿਰਵਾਣ ਕਮਾਉਣ, ਇਹ ਉਹਨਾਂ ਦਾ ਉਸ ਵੇਲੇ ਵਿਸ਼ਵਾਸ ਸੀਗਾ। ਅਸੁਰ ਦੇਵਤੇ ਗੁੱਸੇ ਵਾਲੇ ਹਨ ਜਿਨ੍ਹਾਂ ਕੋਲ ਰੂਹਾਨੀ ਤਾਕਤਾਂ ਹਨ, ਇਹਨਾਂ ਦਾ ਇਹ ਵਿਚਾਰ ਹੈ। ਬੋਧੀ ਗੁਰੂ ਯੋਗਾ ਦੀਆਂ ਤਾਂਤਰਿਕ ਵਿਧੀਆਂ ਵੀ ਵਰਤਦੇ ਹਨ। ਆਪਣੇ ਸਰੀਰ ਨੂੰ ਦੇਵਤਾ ਸਰੂਪ ਮੰਨ ਕੇ, ਵਾਤਾਵਰਣ ਨੂੰ ਸੁੱਚੀ ਧਰਤੀ ਜਾਣ ਕੇ, ਖਾਹਿਸ਼ਾਂ ਤੋਂ ਆਜ਼ਾਦੀ ਦੀ ਖੁਸ਼ੀ ਵਿੱਚ ਗੈਬੀ ਆਨੰਦ ਰਾਹੀਂ ਭਲਾਈ ਕਾਰਜ ਕਰਦੇ ਹਨ। ਮਿਥਿਹਾਸਕ ਵਿਸ਼ਵਾਸ ਹੈ ਕਿ ਗਰੁੜ ਪੰਛੀ, ਨਾਗ ਅਤੇ ਅਰਧ ਮਨੁੱਖੀ ਸੱਪ ਹਨ ਜਿਹੜੇ ਮਨੁੱਖ ਬਣ ਕੇ ਨੁਕਸਾਨ ਕਰਦੇ ਹਨ। ਅਰਧ ਮਨੁੱਖੀ ਹਿਮਾਲਯ ਦਾ ਪੰਛੀ ਕਿਨਾਰਾ ਹੈ ਜੋ ਮਨੁੱਖ ਦਾ ਮਦਦਗਾਰ ਹੈ, ਇਹ ਇਹਨਾਂ ਦਾ ਵਿਸ਼ਵਾਸ ਹੈ। ਸ਼ੁਭ ਸਮਾਂ, ਚੰਗੀ ਕਿਸਮਤ, ਵਸਤੂ ਅਤੇ ਕਿਸਮਤ ਦੀ ਭਵਿੱਖਬਾਣੀ ਵਿੱਚ ਵਿਸ਼ਵਾਸ ਹਨ। ਮੂਰਤੀ ਪੂਜਾ ਦੀ ਪ੍ਰਥਾ ਲਗਾਤਾਰ ਚੱਲ ਰਹੀ ਹੈ। ਇਹ ਵਿਸ਼ਵਾਸ ਕਰਦੇ ਨੇ ਕਿ ਸੱਚ ਦਾ ਗਿਆਨ ਬੁੱਧ ਬਗੈਰ ਨਹੀਂ ਹੋ ਸਕਦਾ। ਹੁਣ ਆਪਣੀ ਵਾਰੀ ਆਈ। ਸਿੱਖ ਧਰਮ ਭਾਰਤ ਦਾ ਅਦਵੈਤਵਾਦੀ ਵਿਸ਼ਵਾਸ ਵਾਲਾ ਧਰਮ ਹੈ। ਆਬਾਦੀ ਲਗਭਗ 3 ਕਰੋੜ ਹੈ। 10 ਇਨਕਲਾਬੀ ਗੁਰੂ ਨਾਨਕ ਦੇਵ ਜੀ ਤੋਂ ਗੋਬਿੰਦ ਸਿੰਘ 1469 ਤੋਂ 1708 ਤੱਕ ਹੋਏ। ਸ਼ਬਦ ਗੁਰੂ ਗ੍ਰੰਥ ਸਾਹਿਬ ਸਦੀਵੀ ਹਨ। ਗੁਰੂ ਨਾਨਕ ਤੋਂ ਅਰਜਨ ਤੱਕ ਸਾਂਝੀ ਵਾਲਤਾ ਦਾ ਇਹ ਇਨਕਲਾਬੀ ਨਵਾਂ ਮਾਰਗ ਸ਼ਾਂਤਮਈ ਰਿਹਾ। ਵੱਡੇ ਇਤਿਹਾਸਕ ਸਥਾਨ ਅਤੇ ਧਾਰਮਿਕ ਨਿਸ਼ਾਨ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਕੇਸਗੜ੍ਹ ਸਾਹਿਬ ਅਨੰਦਪੁਰ, ਇੱਕ ਓਂਕਾਰ ਅਤੇ ਖੰਡਾ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਅਦ ਗੁਰੂ ਹਰਗੋਬਿੰਦ ਨੇ ਸੱਚ ਦੇ ਮਾਰਗ ਦੀ ਹਿਫਾਜ਼ਤ ਲਈ ਸੰਤ ਸਿਪਾਹੀ ਰੂਪ ਧਾਰਿਆ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉਪਰੰਤ ਮਹਾਨ ਪ੍ਰਤਿਭਾਸ਼ਾਲੀ ਗੁਰੂ ਗੋਬਿੰਦ ਰਾਏ ਨੇ ਸੱਚੇ ਮਾਰਗ ਦੀ ਸੰਭਾਲ ਲਈ ਇੱਕ ਇਨਕਲਾਬੀ ਪਰਿਵਰਤਨ 1699 ਦੀ ਵਿਸਾਖੀ ਤੇ ਕੀਤਾ। ਉਹਨਾਂ ਨੇ ਅੰਮ੍ਰਿਤ ਸੰਚਾਰ ਰਾਹੀਂ ਖਾਲਸਾ ਬਣਾਇਆ। ਸਿੱਖਾਂ ਅੰਦਰ ਜ਼ਬਤ, ਹਿੰਮਤ ਅਤੇ ਇਨਸਾਫ ਵਾਸਤੇ ਕੁਰਬਾਨੀ ਲਈ ਮਨੋਵਿਗਿਆਨਕ ਤਬਦੀਲੀ ਨੇ ਖਾਸ ਹੀ ਜ਼ੋਰ ਪਕੜਿਆ। ਭਾਰਤ ਵਿੱਚ ਇੱਕ ਅਣਹੋਇਆ ਵਾਕਿਆ। ਮੁਖਤਲਿਫ ਜਾਤਾਂ ਨੇ ਇੱਕੋ ਬਾਟੇ ਵਿੱਚੋਂ ਜੋਸ਼ੀਲੀ ਖੁਸ਼ੀ ਨਾਲ ਅੰਮ੍ਰਿਤ ਪੀਤਾ। ਸੰਸਾਰ ਵਿੱਚ ਇੱਕ ਅਣਹੋਇਆ ਵਾਕਿਆ। ਇੱਕ ਗੁਰੂ ਨੇ ਆਪਣੇ 5 ਪਿਆਰੇ ਚੇਲਿਆਂ ਨੂੰ ਗੁਰੂ ਬਣਾਇਆ ਅਤੇ ਚੇਲਾ ਬਣ ਕੇ ਉਹਨਾਂ ਦਾ ਹੀ ਤਿਆਰ ਕੀਤਾ ਅੰਮ੍ਰਿਤਪਾਨ ਕੀਤਾ। ਨਿਸ਼ਾਨੀਆਂ ਹਨ ਕਕਾਰ, ਸਾਬਤ ਕੇਸ, ਕੰਗਾ, ਕੜਾ, ਕਿਰਪਾਨ ਅਤੇ ਕਛਹਿਰਾ। ਮਨਾਹੀਆਂ ਹਨ ਨਾ ਕੇਸ ਕੱਟਣੇ, ਨਾ ਵਿਭਚਾਰ, ਨਾ ਤੰਬਾਕੂ, ਨਾ ਹਲਾਲ ਮਾਸ। 100 ਸਾਲ ਦੀਆਂ ਕੁਰਬਾਨੀਆਂ ਅਤੇ ਜਿੱਤਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਭਾਰਤ ਵਿੱਚ ਪਹਿਲਾ ਸੈਕੂਲਰ ਰਾਜ ਖਾਲਸਾ ਕਾਇਮ ਹੋਇਆ। ਮੂਲ ਮੰਤਰ। ਇਹ ਇੰਗਲਿਸ਼ ਦੀ ਸਲਾਈਡ ਜਿਹੜੀ ਹੈ ਮੇਰਾ ਪੋਇਟਰੀ
ट्रांसलेशन है। एक ओंकार सतनाम करता पुरख निरपाओ निर्वैर अकाल मूरਤ ਅਜੂਨੀ ਸੈਭੰ ਗੁਰ ਪ੍ਰਸਾਦ। ਰੱਬ ਦੀ ਵਿਸ਼ੇਸ਼ਤਾ ਅਤੇ ਰੱਬ ਨੂੰ ਮਿਲਣ ਦਾ ਤਰੀਕਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ। ਜਪਜੀ ਬਾਣੀ ਨੇ ਰੱਬ ਦੀ ਪਰਿਭਾਸ਼ਾ ਦਿੱਤੀ ਅਤੇ ਮਨੁੱਖੀ ਜੀਵਨ ਦਾ ਮਕਸਦ ਅਤੇ ਉਸ ਨੂੰ ਪੂਰਾ ਕਰਨ ਦਾ ਤਰੀਕਾ ਸਮਝਾਇਆ। ਜਾਪ ਸਾਹਿਬ ਨੇ ਰੱਬ ਜਪਨ ਸਿਮਰਨ ਦੀ ਕਾਵਿਕ ਇੰਥਾ ਛੂਈ। ਮਨੁੱਖ ਜੋ ਸੱਚੀ ਸਿਮਰਦਾ ਹੈ ਉਹ ਬਣ ਜਾਂਦਾ ਹੈ। ਰੱਬ ਸੰਸਾਰ ਇੱਕੋ ਨੇ, ਨਿਰਾਕਾਰ ਨੇ ਸਾਕਾਰ ਰੂਪ ਹੋ ਕੇ ਸ੍ਰਿਸ਼ਟੀ ਬਣਾਈ। ਇਹ ਸਿੱਖ ਸਿਧਾਂਤ ਹਨ। ਸਿੱਖ ਗੁਰੂ ਹਿੰਦੂ ਤੇ ਮੁਸਲਮਾਨ ਲਈ ਸਾਂਝੇ ਹਨ, ਲੇਕਿਨ ਇਹ ਅੰਧ ਵਿਸ਼ਵਾਸ ਤੋਂ ਪਰੇ ਹਟਾਉਣ ਵਾਲੇ ਹਨ ਅਤੇ ਹਰ ਨਾਇਨਸਾਫ ਹਕੂਮਤ ਵਾਸਤੇ ਚੁਣੌਤੀ ਹਨ। ਗੁਰੂ ਗ੍ਰੰਥ ਸਾਹਿਬ ਸੰਸਾਰ ਦੀ ਪਹਿਲੀ ਧਾਰਮਿਕ ਪੁਸਤਕ ਜਿਸ ਵਿੱਚ ਦੂਜੇ ਧਰਮਾਂ ਦੀ ਭਗਤ ਬਾਣੀ ਸ਼ਾਮਲ ਹੈ। ਵਾਹਿਗੁਰੂ ਸਿਮਰਨ, ਕਿਰਤ, ਸੇਵਾ ਅਤੇ ਸ਼ੁਕਰਾਨਾ ਵੱਡੇ ਨਿਸ਼ਾਨੇ ਹਨ। ਰੱਬ ਮੇਲ ਲਈ ਸੱਚ ਤੇ ਆਧਾਰਿਤ ਸੁਚੱਜਾ ਜੀਵਨ ਜੀਓ। ਗੁਰਬਾਣੀ ਦਾ ਵਿਚਾਰ ਸਤਿਗੁਣ ਅਤੇ ਵਿਸ਼ਵਾਸ ਪੈਦਾ ਕਰਦਾ ਹੈ ਜੋ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਧਾਉਂਦਾ ਹੈ। ਭੋਜਨ ਅਤੇ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਜ਼ਰੂਰਤਮੰਦਾਂ ਨਾਲ ਸਾਂਝੀਆਂ ਕਰੋ। ਸਥਾਨ, ਜਾਤ, ਵਿਸ਼ਵਾਸ, ਨਸਲ ਜਾਂ ਲਿੰਗ ਆਧਾਰ ਤੇ ਵਿਤਕਰਾ ਨਾ ਕਰੋ। ਅੰਧ ਵਿਸ਼ਵਾਸੀ ਵਹਿਮਾਂ ਭਰਮਾਂ ਰਾਹੀਂ ਚੰਗੇ ਜੀਵਨ ਦੀ ਰੂਹਾਨੀਅਤ ਨਾ ਪਾਲੋ। ਆਪਣੀਆਂ ਖਾਹਿਸ਼ਾਂ ਅਤੇ ਜਜ਼ਬਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ ਉੱਤੇ ਕਾਬੂ ਪਾਓ। ਗ੍ਰਸਥੀ ਜੀਵਨ ਦੀ ਇੱਜ਼ਤ ਕਰੋ ਅਤੇ ਆਨੰਦ ਮਾਣੋ। ਸਭ ਨੂੰ ਪਿਆਰ ਕਰੋ, ਨਿਮਰਤਾ ਵਿੱਚ ਰਹੋ ਅਤੇ ਮਿੱਠਾ ਬੋਲੋ। ਨਾ ਕਿਸੇ ਤੋਂ ਡਰੋ, ਨਾ ਹੀ ਡਰਾਓ। ਨਾ ਕੋਈ ਬੈਰੀ, ਨਾ ਹੀ ਬੇਗਾਨਾ। ਸਾਰਿਆਂ ਨਾਲ ਸਾਂਝ ਪਾਓ। ਕਿਰਤੀ ਗ੍ਰਸਥੀ ਹੁੰਦੇ ਹੋਏ ਸਾਧੂ ਵਰਗਾ ਸੁਭਾਅ ਰੱਖੋ। ਇਨਸਾਫ ਲਈ ਜੰਗ ਵਿੱਚ ਜਾਣ ਦੀ ਕੁਰਬਾਨੀ ਲਈ ਵੀ ਤਿਆਰ ਰਹੋ। ਸਦੀਆਂ ਪਹਿਲੇ ਹੀ ਕੈਂਸਰੀ, ਤੰਬਾਕੂ, ਬਜਰ, ਕੁਰੈਤ ਆਖ ਕੇ ਵਿਵਰਜਿਤ ਕੀਤਾ ਗਿਆ, ਜਿਸ ਦੀ ਮੁਨਾਈ ਲਈ ਅੱਜ ਸਾਰਾ ਸੰਸਾਰ ਲੱਗਾ ਹੋਇਆ ਹੈ। ਆਪਣੇ ਹਰ ਸਾਹ ਵਿੱਚ ਰੱਬੀ ਖੁਮਾਰ ਵਸਾਓ। ਅਗਲੀਆਂ ਕੁਝ ਸਲਾਈਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੋਟਸ ਇੱਕ ਇੱਕ ਲਾਈਨ ਦੇ ਦਿੱਤੇ ਹੋਏ ਨੇ। ਇੰਗਲਿਸ਼ ਵਿੱਚ ਨੇ ਕੋਟਸ, ਮੈਂ ਪੰਜਾਬੀ ਵਿੱਚ ਬੋਲਾਂਗਾ ਉਹਨੂੰ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ। ਸੋਏ ਸਾਸਤ ਸੌਨ सोए जित जपिया हर नाव। सचो उरा सबको ऊपर सच आचार। पढ़ पढ़ पंडित जोत की थके पेखी परम पुलाए। एको नाम हुक्म है नानक सतगुर दिया बुझाए जियो। सो डरा जो पाप कमाऊंदा धर्मी विकसेत। जिस अंतर प्रीत लगा सो मुक्ता। पढ़िया मूर्ख आखिया जिस लब लोभ अहंकारा। हक प्राया नानका उस सुअर उस गाय। सर्व धर्म में श्रेष्ठ धर्म हर को नाम निर्मल कर्म। सतगुर की बानी सत रूप है गुरबानी बनी है। हमारी जात पात सच ना हो। सिखी सिखिया गुर विचार। जेकर सूतक मनिए सब त्या सूतक होए। सो क्यों मंदा आखिए जित जमै राजान। पंडो ही पंड उपजै पंडा बाज न कोय। एक नहीं आस की दूजे लगे जाए। दिलो मुहब्बत जिन से ही सच्चा। असंदियां खिलंदियां पिनंदियां खवंदियां विचे होवे मुक्त। इस दही अंदर पांच चोर बसे काम, क्रोध, लोभ, मोह, अहंकारा। आपे सतगुरु आप है चेला उपदेश करे प्रभ आपे। तीर्थ नहावन जाओ तीर्थ नाम है। तीर्थ शब्द विचार तीर्थ ज्ञान है। सतगुर बाजो अंत गुबार।
थिती वार सेवें मुक्त गवार, अन्न न खाएं दे दुख दीजै, बिन गुर ज्ञान तृप्त नहीं थीजै। शब्द गुरु सुरत तुन चेला, जीवन मुक्त सो आखिया जिस विचों हों में जाए। लख 84 जोन सुभाई मानस को प्रभ दी वड्याई, हर का सेवक सो हर जेहा, भेद न जानो मानस देहा। सूरा सो पहचानिए जो लड़ा दीन के हेत, ना हम हिंदू ना मुसलमान, अल्लाह राम के पिंड पुराण। नानक सोदे सिमरत भेद, पार ब्रह्म गुरु नाही भेद, पोथी परमेश्वर का थान, त्रिक तिना का जीवे अजय लिख लिख वेचे नाव। गुरु पीर सदाए मंगन जाए, ताका मूल न लगिया पाए। ना को बैरी ना ही बेगाना, सगल संग हमको बनियाई। सा जात सा पत है, ये है कर्म कमाए। हर मंदिर एवं शरीर है, ज्ञान रतन प्रकट होए। वेद कतेब कहो मत झूठे, झूठा जो ना विचारे। कबीर पानी हुआ ता क्या ब्या, सीरा ताता होए। हर जन ऐसा चाहिए, जैसा हर ही होए। फरीदा ते मारन मुखिया तिना न मारे कुम, आप नेड़ा कर जाइया पैर तिना दे चुम। या खेल बड़ मेल तमाशा, वाहिगुरु तेरी सब रचना। चौथ रूप हर आप गुरु नानक कहायो, जाओ तो प्रेम खिलन का चाओ, सिर तर तली गली मेरी आओ। पै काहू को देत ने ना पै मानत आन, थाल विच तिन वस्तु पेयो, सत संतोख विचारो। अमृत नाम ठाकुर का पेयो, जिसका सब आधार। सुधार दी लोड़। शब्द गुरु ग्रंथ ਸਾਹਿਬ ਦੀ ਬੀੜ ਬਗੈਰ ਗਲਤੀਆਂ ਦੇ ਛਾਪਣ ਵਿੱਚ ਹੁਣ ਤੱਕ ਅਸੀਂ ਅਸਫਲ ਹਾਂ। ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਹੋ ਰਹੀ ਹੈ ਰਜਾਈਆਂ ਤੇ ਪੱਖਿਆਂ ਨਾਲ। ਅੱਜ ਦੀਆਂ ਸੰਪਰਦਾਇ ਦੁਕਾਨਾਂ ਉੱਤੇ ਅੰਧ ਵਿਸ਼ਵਾਸੀ ਤਰੀਕੇ ਵੱਧ ਰਹੇ ਹਨ। ਇਤਿਹਾਸਿਕ ਗੁਰਦੁਆਰਿਆਂ ਵਿੱਚ ਜੋਤਾਂ ਦਾ ਜਗਾਉਣਾ ਕਰਮਕਾਂਡ ਹੈ। ਨਾਮਧਾਰੀ ਅਤੇ ਨਿਰਮਲੇ ਮੁੱਢਲੇ ਸਿਧਾਂਤਾਂ ਤੋਂ ਦੂਰ ਪਰੇ ਜਾ ਚੁੱਕੇ ਹਨ। ਗੁਰਦੁਆਰੇ ਵੰਡੇ ਜਾ ਰਹੇ ਹਨ ਖਾਲਸਾ ਸਹਿਜਧਾਰੀ, ਜਾਤ ਪਾਤ ਅਤੇ ਫਰਨੀਚਰ ਕਰਕੇ। ਭਰੂਣ ਹੱਤਿਆ, ਤਬਾਹੀ, ਅਲਟਰਾਸਾਊਂਡ ਕਰਕੇ ਚੋਰੀ ਛਿਪੇ ਹੋ ਰਹੀ ਹੈ। ਨਵੇਂ ਜਨਮੇ ਬੱਚੇ ਲਈ ਅੰਮ੍ਰਿਤ ਦਾ ਰਿਵਾਜ ਮਨਮਤ ਹੈ। ਸਿੱਖ ਰਹਿਤ ਮਰਿਆਦਾ ਵਿੱਚ ਧਿਆਨ ਦੀ ਲੋੜ ਹੈ, ਜਿਸ ਵਿੱਚ ਅੱਜ ਦੇ ਸਮੇਂ ਵਿੱਚ ਸਥਾਨ ਅਤੇ ਉਮਰ ਅਨੁਸਾਰ ਵਿਵਸਥਾ ਦੀ ਲੋੜ ਹੈ। ਨਾਨਕ ਸ਼ਾਹੀ ਕੈਲੰਡਰ ਬਾਰੇ ਬੇਲੋੜਾ ਵਿਵਾਦ ਹਾਲੀ ਚੱਲ ਰਿਹਾ ਹੈ। ਸਾਰਾ ਦਸਮ ਗ੍ਰੰਥ ਗੁਰਬਾਣੀ ਨਹੀਂ, ਹਾਲੀ ਵਿਵਾਦ ਖਤਮ ਨਹੀਂ ਹੋਇਆ। ਗੁਰੂ ਨਾਨਕ ਦੀਆਂ ਜਨਮ ਸਾਖੀਆਂ ਵਿੱਚ ਭਰਿਆ ਗਿਆ ਮਿਥਿਹਾਸ, ਅਖੰਡ ਪਾਠ ਪੈਸੇ ਦੇ ਕੇ ਗੈਰ ਹਾਜ਼ਰੀ ਵਿੱਚ ਕੀਤੇ ਜਾ ਰਹੇ ਹਨ। ਇੱਕ ਵੇਲੇ ਕਈ ਅਖੰਡ ਪਾਠ ਇੱਕੋ ਥਾਂ ਤੇ ਹੋ ਰਹੇ ਹਨ। ਇਸ ਤੋਂ ਵੱਡਾ ਅੰਧ ਵਿਸ਼ਵਾਸ ਕੀ ਹੋ ਸਕਦਾ ਹੈ। ਸਿੱਖ ਧਰਮ ਦੀਆਂ ਕੁਝ ਵਿਸ਼ੇਸ਼ਤਾਵਾਂ। ਅਸਲੀ ਸਿੱਖ ਦੇ ਜੀਵਨ ਵਿੱਚ ਆਜ਼ਾਦੀ ਹੈ ਮਿਥਿਹਾਸਿਕ ਕਹਾਣੀਆਂ ਵਿੱਚ ਵਿਸ਼ਵਾਸ ਤੋਂ। ਆਜ਼ਾਦੀ ਹੈ ਲਿੰਗ, ਜਾਤ ਅਤੇ ਨਸਲ ਦੇ ਵਿਤਕਰੇ ਤੋਂ। ਆਜ਼ਾਦੀ ਹੈ ਕਰਮਕਾਂਡੀ ਤੀਰਥ ਇਸ਼ਨਾਨ, ਵਰਤ ਅਤੇ ਪੂਜਾ ਤੋਂ। ਆਜ਼ਾਦੀ ਹੈ ਸਮੇਂ ਦੇ ਮਾੜੇ ਅਸਰਾਂ ਦੇ ਭਰਮਾਂ ਤੋਂ। ਆਜ਼ਾਦੀ ਹੈ ਬੁੱਤ ਪ੍ਰਸਤੀ, ਕਰਾਮਾਤਾਂ, ਸਿਆਰਿਆਂ ਅਤੇ ਹਸਤ ਰੇਖਾ ਭਰਮਾਂ ਤੋਂ। ਆਜ਼ਾਦੀ ਹੈ ਬ੍ਰਹਮਚਾਰੀ ਅਤੇ ਪੰਡਤ ਜਜਮਾਨ ਦੇ ਵਿਤਕਰਿਆਂ ਤੋਂ। ਕੋਈ ਨਹੀਂ ਧਾਰਮਿਕ ਜਮਾਤ ਕੁਲ ਆਧਾਰਿਤ ਜ਼ਿੰਮੇਵਾਰੀਆਂ ਲਈ। ਕੋਈ ਨਹੀਂ ਜਾਨਵਰਾਂ ਦੀ ਕੁਰਬਾਨੀ ਧਾਰਮਿਕ ਕਾਰਜਾਂ ਲਈ। ਕੋਈ ਨਹੀਂ ਨਫ਼ਰਤੀ ਪ੍ਰਚਾਰ ਦੂਜਿਆਂ ਦੇ ਧਰਮਾਂ ਲਈ। ਪਿਆਰ ਨਾਲ ਇੱਕ ਅਕਾਲ ਪੁਰਖ ਦੀ ਆਰਾਧਨਾ, ਪਿਆਰ ਨਾਲ ਲੋੜਵੰਦਾਂ ਦੀ ਸੇਵਾ, ਪਿਆਰ ਨਾਲ ਮਜ਼ਲੂਮ ਲਈ ਇਨਸਾਫ ਦੀ ਲੜਾਈ, ਪਿਆਰ ਨਾਲ ਕੁਰਬਾਨੀ ਆਧਾਰਿਤ ਸਤਗੁਣੀ ਜੀਵਨ, ਪਿਆਰ ਨਾਲ ਸੰਗਤੀ ਰੂਪ ਵਿੱਚ ਸਰਬਤ ਦੇ ਭਲੇ ਦੀ ਅਰਦਾਸ। ਆਖਰੀ ਟਿੱਪਣੀਆਂ। ਹਰ ਇੱਕ ਸ਼ਰਧਾਲੂ ਦੀ ਸੋਚ ਵਿੱਚ ਰੱਬ ਦਾ ਆਪਣਾ ਹੀ ਵਿਚਾਰੀ ਹੋਲੋਗ੍ਰਾਮ ਹੈ। ਕੁਝ ਅਜੋਕੇ ਧਰਮਾਂ ਦਾ ਸਾਰੇ ਸੰਸਾਰ ਲਈ ਇੱਕ ਧਰਮ ਅਤੇ ਇੱਕ ਹੀ ਜ਼ਬਾਨ ਦਾ ਨਿਸ਼ਾਨਾ ਕੁਦਰਤ ਦੇ ਸੁਚੱਜੀ ਭਿੰਨਤਾ ਨਿਯਮਾਂ ਦੇ ਅਨੁਕੂਲ ਨਹੀਂ।
ਇੱਕ ਦੂਜੇ ਦੇ ਧਰਮਾਂ ਨੂੰ ਹੇਠੀ ਦਿਖਾਣਾ ਕੋਈ ਸਾਰਥਕ ਤਰੱਕੀ ਵਾਲਾ ਤਰੀਕਾ ਨਹੀਂ। ਸਿੱਖ ਗੁਰੂਆਂ ਦੀ ਹਦਾਇਤ ਮੁਤਾਬਕ ਆਪਣੇ ਧਰਮ ਵਿੱਚ ਸੁਧਾਰ ਨਾਲ ਸੁਚੱਜੇ ਅਮਲਾਂ ਵਾਲਾ ਜੀਵਨ ਜੀਣਾ ਠੀਕ ਮਾਰਗ ਹੈ। ਸਿੱਖ ਗੁਰੂਆਂ ਦੇ ਦਰਸਾਏ ਨਿਸ਼ਾਨੇ ਸਰਬ ਸਾਂਝ ਤੇ ਜ਼ੋਰ ਪਾਉਂਦੇ ਹਨ। ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨਬੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਰੱਬੀ ਨਿਸ਼ਾਨੇ ਆਪਣੇ ਅੰਦਰ ਮਨੁੱਖਤਾ ਦੀ ਭਲਾਈ ਵਾਲੇ ਸਦਗੁਣ ਪੈਦਾ ਕਰਕੇ ਹੀ ਪੂਰੇ ਕੀਤੇ ਜਾ ਸਕਦੇ ਹਨ। ਕੈਨੇਡੀਅਨ ਸਿੱਖ ਸੁਸਾਇਟੀ ਵੱਲੋਂ ਆਯੋਜਿਤ ਕੀਤੇ ਇਸ ਵੈਬੀਨਾਰ ਦੇ ਕਨਵੀਨਰ ਡਾਕਟਰ ਜਗਜੀਤ ਸਿੰਘ ਜੀ ਅਤੇ ਆਪ ਸਭ ਸਨੇਹੀ ਸਰੋਤਿਆਂ ਦਾ ਇਹਨਾਂ ਸ਼ਬਦਾਂ ਦੀ ਸਾਂਝ ਲਈ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਫਤਿਹ।